ਨਵਜੋਤ ਸਿੰਘ ਸਿੱਧੂ ਖੇਮੇ ਦੇ ਜਿਹੜੇ ਜਲੰਧਰ ਤੋਂ ਖਿਡਾਰੀ ਨੇ ਪ੍ਰਗਟ ਸਿੰਘ ਹੋਰੀ MLA, ਉਹਨਾਂ ਨੇ ਫਰੰਟ ਖੋਲ੍ਹ ਦਿੱਤਾ। ਉਹਨਾਂ ਨੇ ਸ਼ਰਾਬ ਮੁੱਦੇ ਦੇ ਨਾਲ ਨਸ਼ਿਆਂ ਦਾ ਮੁੱਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਹੋਰ ਕਈ ਮੁੱਦੇ ਪ੍ਰਗਟ ਸਿੰਘ ਉਹਨਾਂ ਨੇ ਉਠਾ ਦਿੱਤੇ। ਪ੍ਰਗਟ ਸਿੰਘ ਨੇ ਇਹੀ ਕੁਝ ਅਕਾਲੀ ਦਲ ਦੇ ਵਿਰੁੱਧ ਵੀ ਸਟੈਂਡ ਲਿਆ ਸੀ ਜਿਹੜਾ ਉਹਨੇ ਅੱਜ ਕਾਂਗਰਸ ਦੇ ਵਿਰੁੱਧ ਲਿਆ। ਹੁਣ ਤੁਸੀਂ ਅੱਜ ਦੇਖੋ ਕੀ ਹਾਲਾਤ ਬਣੀ ਆ। ਜੇ ਸਮੇਤ ਸਿੰਘ ਸੈਣੀ ਦੀ ਜ਼ਮਾਨਤ ਹੋਈ ਆ ਤੇ ਉਹਦੇ ਬਾਅਦ ਜਿਹੜੇ ਬਾਕੀ ਦੇ 5 ਮੁਲਾਜ਼ਮ ਸੀ ਉਹਦੇ ਚ ਮੁਲਜ਼ਮ ਸੀਗੇ, ਉਹ 5 ਦੀ ਉਹਨਾਂ ਦੀ ਵੀ ਜਿਹੜੀ ਉਹ ਜ਼ਮਾਨਤ ਹੋ ਗਈ। ਤੁਸੀਂ ਤਾਂ ਬਰਗਾੜੀ ਦਾ ਇਨਸਾਫ ਲੈ ਕੇ ਦੇਣ ਦੀ ਗੱਲ ਕਰਦੇ ਸੀ, ਤੁਸੀਂ ਤਾਂ ਸਮੇਤ ਸਿੰਘ ਸੈਣੀ ਵਾਲੇ ਕੇਸ 'ਚ ਜਿਹੜਾ ਉਹਦੇ 'ਚ ਇਨਸਾਫ ਲੈ ਕੇ ਨਹੀਂ ਦੇ ਸਕੇ। ਲੋਕਡਾਊਨ ਦੇ ਖੁੱਲ੍ਹਣ ਦੇ ਨਾਲ ਜਿਹੜਾ ਇਹ ਕਰੋਨਾ ਜਿਸ ਨੂੰ ਮਹਾਮਾਰੀ ਦੱਸਿਆ ਜਾ ਰਿਹਾ, ਇਹ ਵੱਧ ਸਕਦੀ ਹੈ। ਜਿਹੜੇ ਜਨਵਰੀ ਫਰਵਰੀ 'ਚ ਲੈਣੇ ਚਾਹੀਦੇ ਸੀ ਉਹ ਨਹੀਂ ਲਏ। ਉਸ ਵੇਲੇ ਤੇ ਤੁਸੀਂ ਟਰੰਪ ਦੇ ਸਵਾਗਤ 'ਚ ਜੁਟੇ ਪਏ ਸੀ, ਜਦੋਂ ਤੁਸੀਂ ਸਾਰੇ ਦੇਸ਼ ਨੂੰ ਜਿਹੜਾ ਉਹ ਬਰਬਾਦ ਕਰਨ ਦੇ ਕੰਗਾਰ ਤੇ ਲੈ ਗਏ। ਤੁਸੀਂ ਜਿਸ ਦਿਨ ਪੁਲਿਸ ਕਰਫਿਊ ਲਾਇਆ, ਉਸ ਦਿਨ ਤੁਸੀਂ ਇੱਕ ਵਾਰ ਜਿਹੜੀ 72 ਘੰਟੇ ਲੋਕਾਂ ਦੀ ਛਿੱਤਰ ਪਰੇਡ ਕੀਤੀ। ਕਾਂਗਰਸ ਨੇ ਆਪਣਾ ਨਾਂ ਚਮਕਾਉਣ ਦੇ ਲਈ ਜਿਸ ਤਰ੍ਹਾਂ ਕਿਹਾ ਜਾ ਰਿਹਾ, ਰਾਜਾ ਵੜਿੰਗ ਨੇ ਪਰਚੇ ਵੰਡੇ ਬਠਿੰਡੇ ਸਟੇਸ਼ਨ ਤੇ ਕਿ ਤੁਹਾਡੇ ਜਾਣ ਦਾ ਕਿਰਾਇਆ, ਮਜ਼ਦੂਰ ਵੀਰੋ ਬਿਹਾਰ ਭੇਜਣ ਦਾ ਕਿਰਾਇਆ, ਯੂਪੀ ਭੇਜਣ ਦਾ ਕਿਰਾਇਆ ਸੋਨੀਆ ਗਾਂਧੀ ਜੀ ਦੇ ਰਹੇ ਨੇ, ਪੈਂਫਲੇਟ ਵੰਡ ਰਹੇ ਨੇ। ਕਿਤੇ ਨਾ ਕਿਤੇ ਬਿਹਾਰ ਦੀ ਆਗਾਮੀ ਇਲੈਕਸ਼ਨ ਨੂੰ ਲੈ ਕੇ ਕੈਸ਼ ਵੀ ਕੀਤਾ ਗਿਆ ਕਿ ਅਸੀਂ ਤੁਹਾਨੂੰ ਭੇਜ ਰਹੇ ਹਾਂ। ਮਤਲਬ ਨਾ ਭਾਰਤ ਸਰਕਾਰ ਨੂੰ ਸ਼ਰਮ ਆਈ ਤੇ ਨਾ ਹੀ ਸਟੇਟਾਂ ਨੂੰ ਆਈ ਕਿ ਜਿਹੜਾ ਮਜ਼ਦੂਰ ਪੈਦਲ ਚੱਲਿਆ ਕਦੋਂ ਪਹੁੰਚੇਗਾ। ਇੱਕ ਔਰਤ ਦਾ ਐਸੀ ਵੀਡੀਓ ਆਈ ਦੇਖ ਕੇ ਹੈਰਾਨ ਕਿ ਜਿਹੜੇ ਡੰਗਰ ਜੰਗਲ 'ਚ ਫਿਰਦੇ ਹੁੰਦੇ ਆ ਉਹਨਾਂ ਦੇ ਪੈਰਾਂ ਦੇ ਵੀ ਇਸ ਤਰ੍ਹਾਂ ਮਤਲਬ ਬੁਰਾ ਹਾਲ ਨਹੀਂ ਹੁੰਦਾ ਜਿਹੜਾ ਉਸ ਔਰਤ ਦਾ ਗਰਮੀ 'ਚ ਚੱਲ ਕੇ ਹੋਇਆ ਪਿਆ। ਰਾਜਨੀਤੀ ਦੀ ਪਨਾਹ ਤੇ ਤੁਸੀਂ ਜਿਹੜਾ ਮਜ਼ਦੂਰ ਆ ਉਹਦਾ ਸਤਿਆਨਾਸ਼ ਕਰ ਰਹੇ ਹੋ, ਮਜ਼ਦੂਰਾਂ ਦਾ ਬੇੜਾ ਗਰਕ ਕਰ ਰਹੇ ਹੋ। ਸਤਿ ਸ਼੍ਰੀ ਅਕਾਲ, ਸਲਾਮ ਅਰ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਵੰਦ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਦੇ ਵਾਸਤੇ ਆਪਣੇ ਨਾਲ ਮੌਜੂਦ ਨੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਹਿਬ ਸੁਰਿੰਦਰ ਸਿੰਘ ਜੀ। ਗੁਰਫਤਿਹ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਈ ਸਾਰੇ ਮਸਲੇ ਮਸਾਇਲ ਪੰਜਾਬ ਦੇ ਨਾਲ, ਭਾਰਤ ਨਾਲ ਸੰਬੰਧਿਤ ਨੇ। ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਕਰਫਿਊ ਹਟਾ ਦਿੱਤਾ ਗਿਆ, ਲੋਕਡਾਊਨ ਖੋਲ੍ਹ ਦਿੱਤਾ ਗਿਆ। ਲੋਕਡਾਊਨ ਹੀ ਨਹੀਂ ਖੁੱਲ੍ਹਿਆ, ਲੋਕ ਖੁੱਲ੍ਹ ਗਏ ਨੇ ਜਿਹੜੇ ਕਈ ਕਾਰਨਾਂ ਕਰਕੇ ਡਾਊਨ ਹੋਏ ਸੀ। ਪਰ ਜੋ ਰਾਜਨੀਤਿਕ ਨਜ਼ਰੀਆ, ਜਿਸ ਤਰ੍ਹਾਂ ਸੁਰਿੰਦਰ ਸਿੰਘ ਜੀ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਸ਼ਰਾਬ ਦਾ ਮੁੱਦਾ, ਆਬਕਾਰੀ ਰੈਵਨਿਊ ਦਾ ਮੁੱਦਾ ਕੈਪਟਨ ਅਮਰਿੰਦਰ ਸਿੰਘ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ, ਕਿਉਂਕਿ ਅੰਕੜੇ ਸਾਹਮਣੇ ਆ ਰਹੇ ਨੇ ਕਿ ਪਹਿਲੇ ਸਾਲ 600 ਕਰੋੜ, ਦੂਸਰੇ ਸਾਲ 800 ਕਰੋੜ ਤੇ ਕੈਪਟਨ ਸਾਹਿਬ ਦੀ ਵਜ਼ਾਰਤ ਦੇ ਤੀਸਰੇ ਸਾਲ 2200 ਕਰੋੜ, ਟੋਟਲ 3600 ਕਰੋੜ ਦਾ ਘਾਟਾ ਪਿਆ। ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਕਈ ਮਹੀਨੇ ਪਹਿਲਾਂ ਅੰਕੜਾ ਦਿੱਤਾ ਸੀ ਕਿ ਤਾਮਿਲਨਾਡੂ ਜਿੱਥੇ ਠੇਕੇ ਆ ਜਿਹੜੇ 600 ਨੇ ਤੇ ਸਾਡੇ 6000 ਨੇ ਠੇਕੇ, ਤੇ ਸਾਡੇ ਠੇਕੇ 12500 ਨੇ, 13500 ਪਿੰਡ ਨੇ, ਤੇ ਸਾਡੇ ਰੈਵਨਿਊ ਸ਼ਰਾਬ ਤੋਂ ਹੁੰਦਾ 5000 ਕਰੋੜ ਤੇ ਤਾਮਿਲਨਾਡੂ ਦੇ ਵਿੱਚ ਹੁੰਦਾ 30000 ਕਰੋੜ, ਜਾਣੀ ਕਿ 25000 ਕਰੋੜ ਦਾ ਇੱਕ ਸਾਲ ਦਾ ਹੀ ਲੁੱਟ ਹੈ। ਇਹ ਪੈਸਾ ਕਿੱਧਰ ਨੂੰ ਜਾਂਦਾ? ਹੁਣ ਸ਼ਰਾਬ ਦੇ ਮਾਮਲਿਆਂ ਦੇ ਵਿੱਚ ਘਿਰੀ ਵਜ਼ਾਰਤ ਹੈ ਜਿਹੜੀ ਕੈਪਟਨ ਸਾਹਿਬ ਨੂੰ ਘੇਰ ਰਹੀ ਹੈ, ਵਿਰੋਧੀ ਵੀ ਘੇਰ ਰਹੇ ਨੇ। ਕਪਤਾਨ ਸਾਹਿਬ ਨੇ ਲੱਗਦਾ ਜਿਵੇਂ ਸਿਆਸਤਦਾਨ ਮੁੱਦੇ ਡਿਵਰਟ ਕਰਦੇ ਨੇ, ਧਿਆਨ ਡਿਵਰਟ ਕਰਦੇ ਨੇ, ਜਨਤਾ ਦਾ ਧਿਆਨ ਭਟਕਾਉਂਦੇ ਨੇ। ਉਸ ਸਿਲਸਿਲੇ 'ਚ ਬਹੁਤ ਸਾਰੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ, ਮਤਲਬ ਆਣਾ-ਲਾਨੀ ਖੁੱਲ੍ਹੀ ਹੈ ਇੱਕ ਤਰੀਕੇ ਦੀ। ਕਿਵੇਂ ਵੇਖਦੇ ਹੋ ਸ਼ਰਾਬ ਦਾ ਇਹ ਕੈਪਟਨ ਸਾਹਿਬ ਦੀ ਬਾਂਹ ਵੇਲਣੇ ਚਾਹੁੰਣਾ ਤੇ ਲੋਕਡਾਊਨ ਦੀ ਸ਼ੁਰੂਆਤ? ਜੀ ਹਾਂ, ਟਵਾਣਾ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਮੁੱਦਾ ਚੱਕਿਆ ਸੀ, ਉਸ ਵੇਲੇ ਨਵਜੋਤ ਸਿੰਘ ਸਿੱਧੂ ਅਲੱਗ ਥਲੱਗ ਪੈ ਗਿਆ ਤੇ ਬਾਕੀ ਸਾਰੀ ਕੈਬਨਿਟ ਇੱਕ ਪਾਸੇ ਹੋ ਗਈ। ਨਵਜੋਤ ਸਿੰਘ ਸਿੱਧੂ ਦਾ 2018 ਦਾ ਚੱਕਿਆ ਮੁੱਦਾ ਵਾਜਬ ਸੀ। ਜੇ ਉਸ ਵੇਲੇ ਇਸ ਤੇ ਗੌਰ ਕਰ ਲਿਆ ਜਾਂਦਾ, ਇੱਕ ਮੈਨਿੰਗ ਪਾਲਿਸੀ ਤੇ ਇੱਕ ਇਹਦੇ ਤੇ ਦੋਨਾਂ ਨੂੰ ਕੰਟਰੋਲ ਕਰ ਲਿਆ ਜਾਂਦਾ, ਤਾਂ ਸਟੇਟ ਜਿਹੜੀ ਸੀ ਉਹ ਪੈਰਾਂ ਸਿਰ ਆ ਜਾਂਦੀ। ਪਰ ਬਦਕਿਸਮਤੀ 10 ਸਾਲ ਬਾਅਦ ਜਿਹੜੀ ਕਾਂਗਰਸ ਸੀ ਉਹ ਸੱਤਾ 'ਚ ਆਈ ਸੀ ਤੇ 10 ਸਾਲ ਦੀ ਜਿਹੜੀ ਭੁੱਖ ਸੀ ਉਹ ਨਿਕਲਣੀ ਬੜੀ ਮੁਸ਼ਕਲ ਸੀ ਤੇ ਉਹ ਭੁੱਖ ਕੱਢਦੇ ਸਟੇਟ ਜਿਹੜੀ ਸੀ ਉਹਨੂੰ ਕੰਗਾਲ ਕਰ ਲਿਆ। ਹੁਣ ਰਹੀ ਗੱਲ ਕਿ ਕੱਲੀ ਇਹੀ ਨਹੀਂ ਕਿ ਇੱਥੇ ਘਾਟਾ ਪੈ ਰਿਹਾ, ਜਿਹੜੀ ਸ਼ਰਾਬ ਫੈਕਟਰੀਆਂ 'ਚੋਂ ਡਾਇਰੈਕਟ ਸ਼ਰਾਬ ਨਿਕਲ ਕੇ ਵਿਕਦੀ ਆ ਉਹਦਾ ਵੀ ਸਟੇਟ ਨੂੰ ਘਾਟਾ ਪੈ ਰਿਹਾ। ਉਹਦੇ ਨਾਲ ਜਿਹੜੀਆਂ ਨਜਾਇਜ਼ ਫੈਕਟਰੀਆਂ ਹੁਣ ਪਕੜੀਆਂ ਜਾ ਰਹੀਆਂ ਇਹ ਵੀ ਘਾਟਾ ਪੈ ਰਿਹਾ, ਤੇ ਜਿਹੜੀ ਘਰਾਂ ਦੇ ਵਿੱਚ ਨਜਾਇਜ਼
ਸ਼ਰਾਬ ਜਿਹੜੀ ਕੱਢੀ ਜਾ ਰਹੀ ਆ ਉਹਦਾ ਵੀ ਘਾਟਾ ਪੈ ਰਿਹਾ। ਲੋਕਡਾਊਨ ਨਾਲ ਲੋਕਾਂ ਨੇ ਭਾਂਡੇ ਭੁੰਡੇ ਕਾਫੀ ਲਿਆਂਦੇ, ਬਹੁਤ ਦੇਸੀ ਨਿਕਲਣ ਲੱਗ ਪਈ ਹੈ। ਨਹੀਂ, ਉਹ ਪਹਿਲਾਂ ਵੀ ਨਿਕਲਦੀ ਸੀ ਟਵਾਣਾ ਸਾਹਿਬ, ਤੁਸੀਂ ਛੱਡੋ ਇਹ ਆਮ ਪਿੰਡਾਂ 'ਚ ਜਿਹੜੀ ਨਿਕਲਦੀ, ਜਿਹੜਾ ਦਰਿਆਵਾਂ ਦਾ ਕੰਢਾ ਜਿਹਨੂੰ ਮੰਡ ਦਾ ਏਰੀਆ ਕਿਹਾ ਜਾਂਦਾ, ਉੱਥੇ ਤਾਂ ਅੱਜ ਨਹੀਂ, ਉਹ ਤਾਂ ਸ਼ੁਰੂ ਤੋਂ ਹੀ ਨਿਕਲਦੀ ਯਾਰ, ਉਹ ਕਦੀ ਬੰਦ ਹੀ ਨਹੀਂ ਹੋਈ ਔਰ ਕੰਟੀਨਿਊ ਉੱਥੇ ਚੱਲੀ ਜਾ ਰਹੀ ਆ। ਉਹ ਜਿੰਨੀ ਦੇਰ ਤੱਕ ਪੁਲਿਸ ਜਿਹੜੀ ਆ ਉਹ ਸਹਿਰਦ ਨਹੀਂ ਹੋਏਗੀ, ਪੋਲੀਟੀਸ਼ੀਅਨ ਜਿਹੜੇ ਆ ਉਹ ਆਪਣੀ ਈਗੋ ਨਹੀਂ ਛੱਡਣਗੇ, ਉਹ ਘੱਟੋ ਘੱਟ ਪੁਲਿਸ ਜਿਹੜੀ ਆ ਉਹਨੂੰ ਪਾਵਰ ਦੇਣਗੇ ਤੇ ਪੁਲਿਸ ਨੂੰ ਇਹ ਕਹਿਣਗੇ ਕਿ ਭਾਈ ਇਹ ਨਜਾਇਜ਼ ਜਿਹੜਾ ਧੰਦਾ ਇਹ ਬੰਦ ਹੋਣਾ ਚਾਹੀਦਾ। ਜਦੋਂ ਨਜਾਇਜ਼ ਧੰਦਾ ਜਿਹੜਾ ਉਹਨੂੰ ਬੰਦ ਕਰਨ ਦੇ ਰਾਹ ਸਰਕਾਰ ਤੁਰ ਪਈ ਤੇ ਪੁਲਿਸ ਸਹਿਰਦ ਹੋ ਗਈ ਤਾਂ ਫਿਰ ਇਹ ਸਾਰਾ ਕੁਝ ਬੰਦ ਹੋ ਜਾਏਗਾ, ਫਿਰ ਸਟੇਟ ਪੈਰਾਂ ਸਿਰ ਆਏਗੀ। ਅਦਰਵਾਈਜ਼ ਸਟੇਟ ਕਦੀ ਵੀ ਪੈਰਾਂ ਸਿਰ ਨਹੀਂ ਆਏਗੀ, ਕਿਉਂਕਿ ਇਹ ਨਜਾਇਜ਼ ਧੰਦੇ ਜਿਹੜੇ ਆ ਉਹ ਚੱਲਦੇ ਰਹਿਣਗੇ। ਸਿਆਸੀ ਜਿਹੜੀ ਪੁਸ਼ਤ ਬਣਾਈ ਆ ਉਹ ਹੁੰਦੀ ਰਹੇਗੀ। ਹੁਣ ਰਹੀ ਗੱਲ ਇੱਥੇ ਆ ਕੇ ਠੇਕਿਆਂ ਦੀ, ਜੀ ਠੇਕੇਦਾਰ ਕਹਿੰਦੇ ਨੇ ਸਾਨੂੰ ਘਾਟਾ ਪਏਗਾ। ਟਵਾਣਾ ਸਾਹਿਬ, ਠੇਕੇਦਾਰਾਂ ਨੂੰ ਘਾਟਾ ਕਦੀ ਨਹੀਂ ਪਿਆ। ਤੁਸੀਂ ਦੇਖੋ ਕੀ ਕੀਤਾ ਇਹਨਾਂ ਨੇ, ਜਿਹੜੇ ਮੈਰਿਜ ਪੈਲਸ ਸੀ, ਹੁਣ ਤੇ ਚਲੋ ਪਿਛਲੇ 2-2.5 ਮਹੀਨੇ ਤੋਂ ਬੰਦ ਪਏ ਨੇ। ਮੈਰਿਜ ਪੈਲਸ ਜਿਹੜੇ ਆ ਉੱਥੇ ਜਿਹੜੀ ਸ਼ਰਾਬ ਵਰਤਾਈ ਜਾਂਦੀ ਆ ਉਹਦੇ ਲਈ ਇਹਨਾਂ ਨੇ ਇੱਕ ਪਰਮਿਟ ਕੰਪਲਸਰੀ ਕੀਤਾ ਹੋਇਆ, ਐਕਸਾਈਜ਼ ਪਰਮਿਟ। ਹਾਂਜੀ, ਉਹ ਐਕਸਾਈਜ਼ ਡਿਪਾਰਟਮੈਂਟ ਤੋਂ 18 ਤੇ 12,000 ਦੋ ਰੇਟ ਨੇ ਅਲੱਗ-ਅਲੱਗ ਪੈਲਸਾਂ ਦੇ ਮੁਤਾਬਕ। 18,000 ਜਾਂ 12,000 'ਚ ਤੁਹਾਨੂੰ ਉਹ ਪਰਮਿਟ ਲੈਣਾ ਪੈਂਦਾ ਜਿਨ੍ਹਾਂ ਨੇ ਉਹ ਪੈਲਸ ਬੁੱਕ ਕੀਤਾ ਹੁੰਦਾ। ਲੈਣ ਤੋਂ ਬਾਅਦ ਜਿਹੜਾ ਐਕਸਾਈਜ਼ ਡਿਪਾਰਟਮੈਂਟ ਆ ਉਹਦੇ ਲਾਅ ਦੇ ਮੁਤਾਬਕ ਤੁਸੀਂ ਕਿਤੋਂ ਵੀ ਪੂਰੀ ਸਟੇਟ 'ਚੋਂ ਜਿਹੜੀ ਉਹ ਸ਼ਰਾਬ ਚੱਕ ਸਕਦੇ ਹੋ। ਪਰ ਇਹ ਕੀ ਕਰਦੇ ਨੇ, ਇਹ ਕਹਿੰਦੇ ਨਹੀਂ ਜੀ, ਇਹਨਾਂ ਨੇ ਸਿੰਡੀਕੇਟ ਬਣਾਈ ਹੋਈ, ਉਹ ਸਿੰਡੀਕੇਟ ਨੂੰ ਉਹਨੂੰ ਬਕਾਇਦਾ ਪੈਲਸ ਵੀ ਇੰਨੇ ਪੈਲਸ ਜਿਹੜੇ ਇਹ ਸਿੰਡੀਕੇਟ ਦੇ ਅੰਡਰ ਪੈਂਦੇ ਉਹ ਇੱਥੋਂ ਹੀ ਖਰੀਦਣਗੇ ਔਰ ਉਹਨਾਂ ਨੂੰ ਕੰਪਲਸਰੀ ਕੀਤੀ ਹੋਈ ਆ ਉੱਥੋਂ ਖਰੀਦਣ ਦੀ, ਜਦੋਂ ਕਿ ਐਕਸਾਈਜ਼ ਡਿਪਾਰਟਮੈਂਟ ਜਿਹੜਾ ਉਹਦੇ ਲਾਅ ਦੇ ਮੁਤਾਬਕ ਉਹ ਮਤਲਬ ਪਰਮਿਟ ਦੇ ਆਗਿਆ ਦਿੰਦਾ ਕਿ ਜਿੱਥੋਂ ਅਗਲੇ ਨੂੰ ਸਸਤੇ ਭਾਅ ਸੂਟ ਕਰਦੀ ਹੈ। ਜੇ ਬਰਾਤ ਅੰਮ੍ਰਿਤਸਰੋਂ ਆਉਂਦੀ ਹੈ ਤਾਂ ਜ਼ਰੂਰੀ ਨਹੀਂ ਕੋਈ ਸ਼ਰਾਬ ਪਟਿਆਲੇ ਤੋਂ ਖਰੀਦਿਓ, ਅੰਮ੍ਰਿਤਸਰ ਤੋਂ ਆਪਣੀ ਲਿਆ ਸਕਦੇ ਨੇ ਜੇ ਉਹਨਾਂ ਕੋਲ ਐਕਸਾਈਜ਼ ਪਰਮਿਟ ਹੈਗਾ। ਬਿਲਕੁਲ। ਪਰ ਕਿਉਂਕਿ ਇਹਦੇ 'ਚ ਲੁੱਟ ਹੈ, ਇਲਾਕਿਆਂ 'ਚ ਲੁੱਟ ਹੈ। ਜਿਹੜੇ ਇਲਾਕੇ 'ਚ ਜਿਵੇਂ ਹੁਣ ਪਟਿਆਲਾ ਹੈ, ਲੁਧਿਆਣਾ ਵੱਡੇ ਸ਼ਹਿਰ ਨੇ ਜਿੱਥੇ, ਉੱਥੇ ਵੱਡੇ ਰਿਜ਼ੋਰਟ ਨੇ, ਵੱਡੇ ਪੈਲਸ ਨੇ, ਉਸ ਇਲਾਕੇ ਦੇ ਠੇਕਿਆਂ ਦਾ ਰੇਟ ਵੀ ਅੱਪ ਜਾਂਦਾ ਜਿੱਥੇ ਪੈਲਸ ਜ਼ਿਆਦਾ ਨੇ। ਇਹ ਆਉਣ ਵਾਲਾ ਨਹੀਂ ਸਰਕਾਰ ਦੀ ਲੁੱਟ ਹੈ, ਕਾਨੂੰਨ ਦੀ ਉਲੰਘਣਾ। ਨਹੀਂ, ਮੈਂ ਉੱਥੇ ਟਵਾਣਾ ਸਾਹਿਬ ਆ ਰਿਹਾ। ਦੇਖੋ ਕੀ ਹੈ ਕਿ ਜਦੋਂ ਤੁਸੀਂ 18,000 ਪਰਮਿਟ ਦਾ ਲੈ ਲਿਆ, ਉਹ ਐਕਸਾਈਜ਼ ਕੋਲੇ ਗਿਆ, ਐਕਸਾਈਜ਼ ਦਾ ਮਤਲਬ ਕਿੱਥੇ ਹੈ, ਸਟੇਟ ਕੋਲੇ ਚਲਾ ਗਿਆ। ਜਦੋਂ ਸਟੇਟ ਕੋਲੇ ਚਲਾ ਗਿਆ ਉਹਦੇ ਬਾਅਦ ਤਾਂ ਉਹਨਾਂ ਦੇ ਉੱਤੇ ਕੋਈ ਬੰਦਸ਼ ਲਾਉਣੀ ਜਿਹੜੀ ਉਹ ਜਾਇਜ਼ ਨਹੀਂ ਹੈ। ਪਰ ਹੁਣ ਚਲੋ ਆਪਾਂ ਤਾਂ ਇਹਦੇ ਗਾਹਕ ਨਹੀਂ ਹੈ, ਪਰ ਜਿੰਨੇ ਬ੍ਰਾਂਡ ਨੇ ਅਲੱਗ-ਅਲੱਗ ਉਹਨਾਂ ਦੇ ਰੇਟ ਨੇ। ਕਿਹੜਾ ਬ੍ਰਾਂਡ ਜਿਹੜਾ 2900 'ਚ ਆ ਰਿਹਾ, ਕਿਹੜਾ ਜਿਹੜਾ ਉਹ 3500 'ਚ ਆ ਰਿਹਾ, ਕਿਹੜਾ ਜਿਹੜਾ ਉਹ 3900 'ਚ ਆ ਰਿਹਾ, ਕਿਹੜਾ 4200 'ਚ, ਕਿਹੜਾ 4900 'ਚ ਤੇ ਕਿਹੜਾ 5800 'ਚ ਆ। ਇਹ ਉਹਨਾਂ ਦੀ ਬਿਲਿੰਗ ਆ ਜਿਹਦੇ ਉੱਪਰ ਤੁਸੀਂ ਅੱਗੇ ਇਹਨੂੰ ਸੇਲ ਕਰਨਾ। ਪਰ ਸੇਲ ਤੁਹਾਡੀ ਸਟਾਰਟ ਕਿੱਥੋਂ ਹੁੰਦੀ ਹੈ, 11,700 ਤੋਂ, 12,900 ਤੋਂ, 13,700, 14,800, ਅੱਗੇ ਅੱਧੇ 15,000 ਕਿੱਥੇ। ਮਤਲਬ ਹਰ ਇੱਕ ਬ੍ਰਾਂਡ ਜਿਹੜਾ ਉਹ ਕੀ ਆ ਕਿ ਇੱਕ ਪੇਟੀ ਹੈ, ਪੇਟੀ ਦੇ ਵਿੱਚ 12 ਬੋਤਲਾਂ ਨੇ, 12 ਬੋਤਲਾਂ ਪਿੱਛੇ ਸਿੱਧੀ ਤੁਹਾਡੀ 8 ਤੋਂ ਲੈ ਕੇ 12,000 ਪਰ ਪੇਟੀ ਪਿੱਛੇ ਤੁਹਾਡੀ ਲੁੱਟ ਆ ਜੀ। ਤੇ ਉਹ ਲੁੱਟ ਜਿਹੜੀ ਉਹ ਕਿਹਦੇ ਖਾਤੇ 'ਚ ਜਾ ਰਹੀ ਆ, ਉਹ ਕੇਵਲ ਤੇ ਕੇਵਲ ਸਿੰਡੀਕੇਟ ਕੋਲੇ ਜਾ ਰਹੀ। ਸਿੰਡੀਕੇਟ ਕਿਹਦੇ ਕੋਲੇ ਆ, ਠੇਕੇਦਾਰ ਕੋਲੇ ਆ। ਗੱਲ ਖਤਮ। ਠੇਕੇਦਾਰ ਨੇਤਾਵਾਂ ਕੋਲ ਨੇ। ਠੇਕੇ ਕਿਹਦੇ ਨੇ, ਨੇਤਾਵਾਂ ਦੇ ਨੇ। ਫਿਰ ਉਸ ਤੋਂ ਅਗਲੀ ਗੱਲ ਕਿ ਜ਼ਰੂਰੀ ਨਹੀਂ ਹੈ ਕਿ ਇਹ ਜਿਹੜੀ ਆ ਇਹ ਐਕਸਾਈਜ਼ ਦੇ ਥਰੂ ਹੀ ਆਈ ਹੋਵੇ ਸ਼ਰਾਬ। ਮੈਂ ਪਹਿਲਾਂ ਕਿਹਾ ਕਿ ਜਿਸ ਤਰ੍ਹਾਂ ਜਿਹੜਾ ਫੈਕਟਰੀ ਆ, ਜਦੋਂ ਫੈਕਟਰੀ 'ਚ ਸ਼ਰਾਬ ਬਣੀ ਆ ਉੱਥੋਂ ਜਿਹੜੀ ਬਗੈਰ ਬਿਲਿੰਗ ਨਿਕਲ ਰਹੀ ਆ, ਸਪੋਜ਼ ਕਰੋ ਤੁਸੀਂ ਟਰੱਕ ਦੇ ਵਿੱਚ 150 ਪੇਟੀ ਲੱਦੀ ਆ ਤੇ ਤੁਸੀਂ ਬਿੱਲ ਜਿਹੜਾ ਉਹ 75 ਪੇਟੀ ਦਾ ਬਣਾਇਆ, 75 ਤਾਂ 2 ਨੰਬਰ 'ਚ ਆ ਗਈਆਂ। ਇਹੀ ਕੁਛ ਚੱਲਦਾ ਜਦੋਂ ਤੁਸੀਂ ਏਦਾਂ 2 ਨੰਬਰ 'ਚ ਸ਼ਰਾਬ ਜਿਹੜੀ ਆ ਉਹ ਜਦੋਂ ਫੈਕਟਰੀਆਂ 'ਚੋਂ ਨਿਕਲਦੀ ਆ, ਉਹ ਜਿਹੜੀ ਉਹ ਵੀ ਸਟੇਟ ਨੂੰ ਸਿੱਧਾ ਜਿਹੜਾ ਉਹ ਚੂਨਾ ਲੱਗ ਰਿਹਾ ਵਾ। ਜੇ ਇਹੀ ਕੋਈ ਸਾਰਾ ਛੱਡ ਕੇ ਜਿਸ ਤਰ੍ਹਾਂ ਕਾਰਪੋਰੇਸ਼ਨ ਦੀ ਗੱਲ ਜਿਹੜੀ ਸੀ ਉਹ ਆਪਣੇ ਨੇ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ, ਜੇ ਕਿਤੇ ਕਾਰਪੋਰੇਸ਼ਨ ਬਣਾ ਦਿੰਦੇ, ਸਰਕਾਰੀ ਹੁੰਦਾ ਅਦਾਰਾ ਤੇ ਸਰਕਾਰੀ ਦੇ ਵਿੱਚ ਇਹ ਸੀ, ਇੱਕ ਤਾਂ ਨੌਜਵਾਨ ਜਿੰਨਾ ਬੇਰੁਜ਼ਗਾਰ ਫਿਰਦਾ ਸੀ ਉਹਦੇ ਤੇ ਫਿੱਟ ਹੋ ਜਾਂਦਾ। ਦੂਸਰੀ ਗੱਲ ਇਹ ਸੀਗੀ ਕਿ ਘੱਟੋ ਘੱਟ ਇਹ ਸੀ ਸਰਕਾਰੀ ਰੇਟ ਹੁੰਦਾ, ਫਿਕਸ ਰੇਟ ਹੁੰਦਾ, ਉਸ ਰੇਟ ਦੇ ਉੱਤੇ ਵਿਕਦੀ ਤੇ ਜੋ ਪ੍ਰੋਪਰ ਸੀ ਉਹ ਸਰਕਾਰ ਨੂੰ ਜਾਂਦਾ। ਦੇਖੋ ਕਾਂਗਰਸ ਪਾਰਟੀ ਦੀ ਛੱਤੀਸਗੜ੍ਹ 'ਚ ਸਰਕਾਰ ਬਣੀ, ਬੀਜੇਪੀ ਦੇ ਕਈ ਸਾਲ ਉੱਥੇ ਸਰਕਾਰ ਰਹੀ ਹੈ ਡਾਕਟਰ ਰਮਨ ਸਿੰਘ ਦੀ। ਉਸ ਤੋਂ ਬਾਅਦ ਹੁਣ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਉਹਨਾਂ ਨੇ ਪਹਿਲੀ ਵਾਰੀ ਪਿਛਲੇ ਸਾਲ ਜਿਹੜਾ ਹੈਗਾ ਸ਼ਰਾਬ ਨੂੰ ਸਰਕਾਰੀ ਠੇਕਿਆਂ ਤੇ ਵੇਚਣਾ ਸ਼ੁਰੂ ਕੀਤਾ। ਉਹਦੇ 'ਚ ਪਹਿਲਾਂ ਭਾਟੀਆ ਗਰੁੱਪ ਸੀ, ਕੋਈ ਉਹਨਾਂ ਦੇ ਠੇਕੇ ਸੀ ਸਰਦਾਰਾਂ ਦੇ, ਸ਼ਹਿਰੀ ਸਿੱਖ, ਤੇ ਉਸ ਤੋਂ ਬਾਅਦ ਉਹ ਭਾਟੀਆ ਗਰੁੱਪ ਦੇ ਵਿੱਚ ਇੰਨੀ ਮਿਲਾਵਟ ਸੀ ਛੱਤੀਸਗੜ੍ਹ ਦੇ ਵਿੱਚ ਕਿ ਲੋਕ ਖਰੀਦਣੋਂ ਹਟ ਗਏ ਸੀ। ਹੁਣ ਉਹ ਜਦੋਂ ਦੀ ਸਰਕਾਰ ਦੇ ਕੋਲ ਆ, ਕਾਂਗਰਸ ਪਾਰਟੀ ਨੇ ਵਧੀਆ ਕਦਮ ਚੁੱਕਿਆ, ਸ਼ਰਾਬ ਦੀ ਕੁਆਲਿਟੀ ਸੁਧਰ ਗਈ। ਇਸ ਤੋਂ ਬਿਨਾਂ ਹੋਰ ਕਈ ਰਾਜਾਂ ਦੇ ਵਿੱਚ ਸ਼ਰਾਬ ਹੈ ਜਿਹੜੀ ਸਰਕਾਰ ਵੇਚਦੀ ਹੈ ਕਿਉਂਕਿ ਪ੍ਰਵਾਨਿਤ ਨਸ਼ਾ ਹੋ ਗਿਆ।
ਪਰ ਇਸ ਦੌਰਾਨ ਜਿਵੇਂ ਸੁਖਬੀਰ ਬਾਦਲ ਹੋਰਾਂ ਨੇ ਦੋਸ਼ ਲਾਏ ਨੇ ਕਿ 2007 ਦੇ ਵਿੱਚ ਜਦੋਂ ਕੈਪਟਨ ਸਰਕਾਰ ਸੀ, 2002 ਚ ਜਦੋਂ ਉਹਨਾਂ ਨੇ ਸਰਕਾਰ ਸਾਂਭੀ ਸੀ ਤਾਂ ਉਦੋਂ ਇਹਦਾ 1300 ਕਰੋੜ ਮਾਲੀਆ ਸੀਗਾ, 1700 ਕਰੋੜ, ਤੇ 2007 ਜਦੋਂ ਕਪਤਾਨ ਸਾਹਿਬ ਨੇ ਸਰਕਾਰ ਛੱਡੀ ਤੇ ਮਾਲੀਆ 1300 ਕਰੋੜ ਰਹਿ ਗਿਆ, ਜਾਣੀ 400 ਕਰੋੜ ਘਟ ਗਿਆ। ਹਾਲਾਂਕਿ ਉਦੋਂ ਪੌਂਟੀ ਚੱਡਾ ਤੇ ਕੈਪਟਨ ਸਾਹਿਬ ਵੀ ਮਿਹਰਬਾਨ ਰਹੇ, ਹਾਲਾਂਕਿ ਲੈ ਕੇ ਉਹਨੂੰ ਬਾਦਲ ਆਏ। ਰਾਮਪੁਰ ਦੇ ਵਿੱਚ ਜਿਹੜਾ ਰਾਮਪੁਰ ਚਾਕੂਆਂ ਲਈ ਮਸ਼ਹੂਰ ਸ਼ਹਿਰ ਹੈ, ਮੁਰਾਦਾਬਾਦ ਭਾਂਡਿਆਂ ਲਈ ਮਸ਼ਹੂਰ ਹੈ ਯੂਪੀ ਦਾ, ਉੱਥੇ ਉਹ ਮੂੰਗਫਲੀਆਂ ਦੀ ਰੇਹੜੀ ਲਾਉਂਦਾ ਸੀ ਠੇਕੇ ਦੇ ਬਾਹਰ, ਨਮਕੀਨ ਚਖਣਾ ਵੇਚਦਾ ਸੀ। ਉਸ ਤੋਂ ਬਾਅਦ ਪੌਂਟੀ ਚੱਡਾ ਦੀਆਂ ਫੈਕਟਰੀਆਂ ਲੱਗੀਆਂ, ਵੱਡੇ ਰਿਸ਼ਤੇਦਾਰ ਇਹਦੇ ਬਣੇ, ਅਕਾਲੀ ਦਲ ਦਿੱਲੀ ਕਮੇਟੀ ਵਾਲੇ ਸਰਨਾ ਜਾਂ ਹੋਰ ਭਰਾ, ਕੈਪਟਨ ਸਾਹਿਬ ਨਾਲ ਹਿੱਸੇਦਾਰੀਆਂ ਬਣੀਆਂ, ਹੋਰ ਤੇ ਹੋਰ। ਇਹਨਾਂ ਹਿੱਸੇਦਾਰੀਆਂ ਦੀ ਬਣਾ ਤੇ ਕੈਪਟਨ ਸਾਹਿਬ ਨੇ ਆਪਣੇ ਉਹ ਫੌਜੀ ਜਿਨ੍ਹਾਂ ਲਈ ਕਹਿੰਦਾ ਮੈਂ ਲੜਿਆ, ਉਹ ਫੌਜੀਆਂ ਦਾ ਕੋਟਾ CSD ਕੰਟੀਨ ਦੇ ਵਿੱਚ 6 ਬੋਤਲਾਂ ਦਾ ਸੀ, ਆਮ ਫੌਜੀ ਦਾ, ਐਕਸ ਸਰਵਿਸਮੈਨ ਦਾ, ਉਹ 6 ਬੋਤਲਾਂ ਤੋਂ ਘਟਾ ਕੇ ਉਹ ਵੀ 4 ਕਰ ਦਿੱਤੀਆਂ ਕਿਉਂਕਿ ਪੌਂਟੀ ਚੱਡਾ ਨੂੰ ਘਾਟਾ ਪੈਂਦਾ ਹੈ। ਪਰ ਇਸ ਦੌਰਾਨ ਆਪਣਾ ਘਾਟਾ 400 ਕਰੋੜ ਘਟ ਗਿਆ। ਹੁਣ ਜਿਵੇਂ ਅਕਾਲੀ ਦਲ ਬਾਦਲ ਤੇ ਖਾਸ ਕਰਕੇ ਅਮਨ ਅਰੋੜਾ ਹੋ ਰਹੀ, ਆਮ ਆਦਮੀ ਪਾਰਟੀ ਵਾਲੇ ਮੁੱਦਾ ਚੁੱਕਦੇ ਨੇ ਕਿ ਕਾਰਪੋਰੇਸ਼ਨ ਬਣਾਓ, ਹੁਣ 3 ਮੈਂਬਰੀ ਕਮੇਟੀ ਬਣਾ ਕੇ ਬੁੱਤਾ ਸਾਰ ਦਿੱਤਾ ਕਪਤਾਨ ਸਾਹਿਬ ਨੇ। ਮੈਨੂੰ ਤਾਂ ਲੱਗਦੀ ਆ ਉਹੀ ਢਾਕ ਦੇ 3 ਪੱਤ ਰਹਿਣਗੇ ਜਾਂ ਕਪਤਾਨ ਸਾਹਿਬ ਇਸ ਮਾਮਲੇ ਤੇ ਕੁਛ ਨਾ ਕੁਛ ਅੱਛੇ ਕਦਮ ਚੁੱਕਣਗੇ ਜਾਂ ਇਹ ਮਸਲਾ ਠੰਡੇ ਵਾਸਤੇ ਪਾ ਦਿੱਤਾ ਜਾਵੇਗਾ ਸਹੂਲਤਾਂ ਦੇ ਕੇ ਪੰਜਾਬੀਆਂ ਨੂੰ। ਟਵਾਣਾ ਸਾਹਿਬ, ਸਹੂਲਤ ਅਜੇ ਤੱਕ ਤਾਂ ਕੋਈ ਮਿਲੀ ਨਹੀਂ, ਆਉਣ ਵਾਲੇ ਸਮੇਂ 'ਚ ਮਿਲ ਜਾਵੇ ਤੇ ਉਹ ਵੱਖਰੀ ਗੱਲ ਹੈ। ਖਾਸ ਕਰ ਪਬਲਿਕ ਦੀ ਸਹੂਲਤ ਦੀ ਗੱਲ ਕਰਦਾ, ਬਾਕੀਆਂ ਨੂੰ ਤਾਂ ਸਹੂਲਤਾਂ ਜਿਹੜੇ ਧਨਾੜ ਨੇ ਉਹਨਾਂ ਨੂੰ ਤਾਂ ਮਿਲਦੀਆਂ ਰਹੀਆਂ ਤੇ ਮਿਲਦੀਆਂ ਰਹਿਣੀਆਂ ਨੇ। ਹੁਣ ਰਹੀ ਗੱਲ, ਇਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ। ਉਹ ਵੱਖਰੀ ਗੱਲ ਆ ਕਿ ਕੈਬਨਿਟ 'ਚੋਂ ਕੋਈ ਵੀ ਨਹੀਂ ਸੀ ਬੋਲਦਾ। ਕਿਤੇ ਨਾ ਕਿਤੇ ਜਿਹੜੇ ਕੈਬਨਿਟ ਦੇ ਵਜ਼ੀਰ ਸੀ ਜਾਂ ਇਹਨਾਂ ਦੇ ਵਿਧਾਇਕ ਨੇ, ਸਾਰੇ ਕਿਤੇ ਨਾ ਕਿਤੇ ਇਹਦੇ ਪੂਰੀ ਜਿਹੜੀ ਦਲਦਲ ਆ ਉਹਦੇ ਵਿੱਚ ਜਿਹੜੇ ਆ ਉਹ ਲਿਬੜੇ ਪਏ ਆ। ਜੇ ਲਿਬੜੇ ਨਾ ਹੁੰਦੇ ਤੇ ਪਹਿਲੇ ਦਿਨ ਤੋਂ ਸਟੈਂਡ ਲਿਆ ਜਾਂਦਾ। ਕੱਲੇ ਨਵਜੋਤ ਸਿੰਘ ਸਿੱਧੂ ਨੇ ਲਿਆ, ਮੈਂ ਪਹਿਲਾਂ ਗੱਲ ਕੀਤੀ ਆ, ਉਹ ਅਲੱਗ ਥਲੱਗ ਪੈ ਗਿਆ। ਹੁਣ ਇੱਥੇ ਆ ਕੇ ਕਮਾਂਡ ਜਿਹੜੀ ਸੀ ਉਹ ਮਨਪ੍ਰੀਤ ਬਾਦਲ ਕੋਲੇ ਆ ਗਈ। ਮਨਪ੍ਰੀਤ ਬਾਦਲ ਨੇ ਜਿਸ ਤਰੀਕੇ ਦੇ ਨਾਲ ਸਟੈਂਡ ਲਿਆ, ਪੂਰੀ ਕੈਬਨਿਟ ਦੀ ਮਜਬੂਰੀ ਬਣ ਗਈ ਸੀਗੀ ਮਨਪ੍ਰੀਤ ਦੇ ਮਗਰ ਖੜੇ ਹੋਣਾ। ਮਨਪ੍ਰੀਤ ਦੇ ਮਗਰ ਕੈਬਨਿਟ ਖੜੀ ਹੋ ਗਈ, ਕੈਪਟਨ ਸਾਹਿਬ ਕਸੂਤੇ ਫਸ ਗਏ। ਔਰ ਤੁਸੀਂ ਦੇਖੋ ਕਿ ਕੈਪਟਨ ਸਾਹਿਬ ਕਸੂਤੇ ਫਸਣ ਤੋਂ ਬਾਅਦ ਜੋ ਕੈਬਨਿਟ ਦਾ ਡਿਸੀਜਨ ਸੀ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ। ਨੈਕਸਟ ਮੀਟਿੰਗ ਦੇ ਵਿੱਚ ਚੀਫ ਸੈਕਟਰੀ ਨਹੀਂ ਆਏ, ਲੇਕਿਨ ਉਸ ਤੋਂ ਬਾਅਦ ਜਿਹੜੀ ਹੁਣ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ 3 ਜਿਹੜੇ ਵਜ਼ੀਰ ਆ ਉਹ ਸ਼ਾਮਲ ਹੋ ਗਏ ਨੇ ਤੇ ਉਹਨਾਂ 'ਚ ਚੀਫ ਸੈਕਟਰੀ ਵੀ ਬੈਠਾ। ਮਤਲਬ ਕਰਨ ਅਵਤਾਰ ਸਿੰਘ ਫਿਰ ਅਵਤਾਰ ਬਣ ਗਿਆ। ਉਹ ਬਿਲਕੁਲ ਅਵਤਾਰ ਨੇ, ਅਵਤਾਰ ਰਹੇਗਾ। ਔਰ ਕੈਪਟਨ ਸਾਹਿਬ ਦੀ ਮਜਬੂਰੀ ਆ ਉਹਨੂੰ ਅਗਸਤ ਤੱਕ ਰੱਖਣਾ, ਕਿਉਂਕਿ ਅਗਸਤ ਦੇ ਬਾਅਦ ਹੋਰ ਕਿਸੇ ਜਗ੍ਹਾ ਸੈੱਟ ਕਰ ਲੈਣਗੇ, ਉਹ ਵੱਖਰੀ ਗੱਲ ਆ, ਲੇਕਿਨ ਉਹ ਚੀਫ ਸੈਕਟਰੀ ਦੇ ਤੌਰ ਤੇ ਉਹਨਾਂ ਨੂੰ ਰੱਖਣਗੇ। ਉਹ ਵੱਖਰੀ ਫੈਸਲੇ ਦਾ ਕੀ ਬਣਿਆ ਜੀ? ਇਹ ਤਾਂ ਫਿਰ ਠੁੱਸ ਹੋ ਗਿਆ। ਮਨਪ੍ਰੀਤ ਤਾਂ ਚਲੋ ਆਪਣੇ ਉਹਦੇ ਫਾਦਰ ਸਾਹਿਬ ਦੀ ਡੈਥ ਉਸ ਮਾਮਲੇ 'ਚ ਨਹੀਂ ਆਇਆ, ਬਾਕੀ ਕੈਬਨਿਟ ਵਾਲੇ ਤਾਂ ਆਏ, ਕੁਛ ਆਨਲਾਈਨ ਆਏ, ਦਾ ਮਤਲਬ ਕੈਬਨਿਟ ਦਾ ਫੈਸਲਾ ਠੁੱਸ ਹੋ ਗਿਆ। ਕਪਤਾਨ ਸਾਹਿਬ ਭਾਰੂ ਪੈ ਗਏ। ਮੈਂ ਉਸੇ ਤੇ ਆਉਣ ਲੱਗਾ। ਦੇਖੋ ਕੀ ਸੀ, ਪਹਿਲੀ ਗੱਲ ਤਾਂ ਕੈਬਨਿਟ ਨੇ ਜਿਸ ਦਿਨ ਵਾਕ ਆਊਟ ਕੀਤਾ, ਜਦੋਂ ਪ੍ਰੀ ਕੈਬਨਿਟ ਦੀ ਮੀਟਿੰਗ ਸੀ, ਉਹ ਵਾਕ ਆਊਟ ਕਰਨਾ ਗਲਤ ਸੀ। ਉਸ ਵੇਲੇ ਉਹ ਪ੍ਰੀ ਮੀਟਿੰਗ ਜਿਹੜੀ ਕੈਬਨਿਟ ਦੀ ਮੀਟਿੰਗ ਸੀ ਉਹ 'ਚ ਫੈਸਲਾ ਹੁੰਦਾ ਕਿ ਅਸੀਂ ਮੁੱਖ ਸਕੱਤਰ ਜਿਹੜੇ ਆ ਉਹਨੂੰ ਹੁਕਮ ਦਿੰਨੇ ਆ ਕਿ ਉਹ ਮੀਟਿੰਗ 'ਚੋਂ ਬਾਹਰ ਜਾਣ, ਕਿਉਂਕਿ ਮੁੱਖ ਸਕੱਤਰ ਦਾ ਅਹੁਦਾ ਜਿਹੜਾ ਉਹ MLA ਤੋਂ ਵੀ ਨੀਚੇ ਆ। MLA ਉਹਦੇ ਤੋਂ ਸੀਨੀਅਰ ਹੈ। ਜੇ MLA ਸੀਨੀਅਰ ਤੇ ਮੰਤਰੀ ਕਿੱਥੇ ਆ? ਫਿਰ ਇਹ ਕੈਬਨਿਟ ਦਾ ਡਿਸੀਜਨ ਸੀ। ਕੈਬਨਿਟ ਉਸੇ ਕਿਤੇ ਇਹ ਬਗਾਵਤ ਜਿਹੜੀ ਕਰਨ ਅਵਤਾਰ ਦੀ ਬਜਾਏ ਕੈਪਟਨ ਦੇ ਖਿਲਾਫ ਤਾਂ ਨਹੀਂ ਸੀ, ਤਾਂ ਹੀ ਵਾਕਆਊਟ ਕਰ ਗਏ। ਉਹ ਕੱਲੇ ਕੈਪਟਨ ਦੇ ਖਿਲਾਫ ਨਹੀਂ ਸੀ, ਉਹ ਬਿਊਰੋਕ੍ਰੇਸੀ ਸਾਰੀ ਦੇ ਸੀ। ਚਾਹੇ ਉਹਦੇ 'ਚ ਸੁਰੇਸ਼ ਕੁਮਾਰ ਪ੍ਰਿੰਸੀਪਲ ਮੁੱਖ ਸਕੱਤਰ ਸੀਗਾ, ਚਾਹੇ ਮੁੱਖ ਸਕੱਤਰ ਸੀ, ਤੇ ਚਾਹੇ ਹੋਰ ਵੀ ਕਈ ਅਜਿਹੇ ਜਿਹੜੇ IAS ਅਫਸਰ ਬੈਠੇ ਨੇ ਜਿਹੜੇ ਕਿ ਪੋਲੀਟੀਸ਼ੀਅਨਾਂ ਦੀ ਨਹੀਂ ਸੁਣਦੇ। ਸਾਰਿਆਂ ਦੇ ਵਿਰੁੱਧ ਬਗਾਵਤ ਸੀ। ਔਰ ਕੈਪਟਨ ਸਾਹਿਬ ਨੂੰ ਇੱਕ ਇਸ਼ਾਰਾ ਸੀ ਕਿ ਭਾਈ ਜੇ ਅੱਜ ਤੁਸੀਂ ਅਸੀਂ ਇੱਕ ਦੇ ਲਈ ਸਟੈਂਡ ਲਿਆ, ਅਸੀਂ ਤੁਹਾਡੇ ਪੂਰੀ ਦੀ ਪੂਰੀ ਬਿਊਰੋਕ੍ਰੇਸੀ ਦੇ ਲਈ ਸਟੈਂਡ ਲੈ ਸਕਦੇ ਹਾਂ। ਇਹ ਇਸ਼ਾਰਾ ਸੀ ਕੈਪਟਨ ਸਾਹਿਬ ਨੂੰ। ਔਰ ਕੈਪਟਨ ਸਾਹਿਬ ਨੇ ਉਹਦੇ ਬਾਅਦ ਜਿਸ ਤਰੀਕੇ ਨਾਲ ਇਹਦੇ ਸਾਰੇ ਦੇ ਉੱਤੇ ਜਿਹੜੀ ਲਿਪਾ ਪੋਚੀ ਕੀਤੀ ਆ, ਉਹ ਕਿਤੇ ਨਾ ਕਿਤੇ ਇਹ ਆ ਕਿ ਕੈਪਟਨ ਸਾਹਿਬ ਜਿਹੜਾ ਰਹਿੰਦਾ ਸਮਾਂ ਉਹ ਇਸੇ ਤਰ੍ਹਾਂ ਟਪਾਉਣਾ ਚਾਹੁੰਦੇ ਆ, ਕਿਸੇ ਨੂੰ ਕੁਝ ਨਹੀਂ ਦੇਣਾ ਚਾਹੁੰਦੇ। ਹੁਣ ਜਿਹੜੀ ਨੈਕਸਟ ਮੀਟਿੰਗ ਹੋਏਗੀ ਉਹਦੇ 'ਚ ਦੇਖਣਾ ਪਏਗਾ ਕਿ ਮਨਪ੍ਰੀਤ ਉਸ ਦਿਨ ਕੀ ਸਟੈਂਡ ਲੈਂਦਾ, ਕਿਉਂਕਿ ਜਿਹੜੀ ਇਹ ਕੈਬਨਿਟ ਮੀਟਿੰਗ ਸੀ ਜਿਹਦੇ ਵਿੱਚ ਜਿਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਝਗੜਾ ਹੁੰਦਾ ਕਿ ਤੁਸੀਂ ਆਪਣਾ ਸਟੈਂਡ ਜਿਹੜਾ ਉਹਦੇ ਤੋਂ ਪਿੱਛੇ ਹਟੋ। ਚਰਨਜੀਤ ਸਿੰਘ ਚੰਨੀ ਹਟਣ ਲਈ ਤਿਆਰ ਨਹੀਂ ਹੋਇਆ। ਉਹਦੇ ਬਾਅਦ 7 ਜਿਹੜੇ ਕੈਬਨਿਟ ਮੰਤਰੀ ਸੀ ਜਿਨ੍ਹਾਂ ਦੇ ਘਰ ਦੇ ਜਿਹੜਾ ਸੀ ਉਹ ਫੋਨ ਗਿਆ ਚੀਫ ਸਕੱਤਰ ਦਾ, ਲੇਕਿਨ ਉਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ। ਉਹ ਕਿਹਦਾ ਇਸ਼ਾਰਾ ਸੀ? ਉਹ CM ਦਾ ਇਸ਼ਾਰਾ ਸੀ ਕਿ ਤੁਸੀਂ ਇਹਨਾਂ ਨੂੰ ਠੰਡੇ ਕਰੋ, ਤੁਸੀਂ ਖੁਦ ਕਰੋ, ਬਾਕੀ ਮੈਂ ਕਰ ਰਿਹਾ, ਤੁਸੀਂ ਆਪਣੇ ਲੈਵਲ ਤੇ ਇਹਨਾਂ ਨੂੰ ਕਾਲ ਕਰੋ। ਲੇਕਿਨ ਉਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ। ਪਰ ਜਿਹੜੀ ਹੁਣ 3 ਜਿਸ ਤਰੀਕੇ ਦੇ ਨਾਲ ਮੰਤਰੀ ਆ ਕੇ ਜਿਹੜੇ ਆ ਉਹ ਕੈਬਨਿਟ 'ਚ
ਜਿਹੜੇ ਸ਼ਾਮਲ ਹੋਏ ਆ ਤੇ ਉਹਦੇ ਵਿੱਚ ਜਿਹੜਾ ਮੁੱਖ ਸਕੱਤਰ ਬੈਠਾ, ਫਿਰ ਉਹ ਫੈਸਲਾ ਜਿਹੜਾ ਲਿਆ ਹੋਇਆ ਕੈਬਨਿਟ ਦਾ, ਉਹ ਫੈਸਲਾ ਕਿੱਥੇ ਸਟੈਂਡ ਕਰਦਾ। ਮੇਰੇ ਹਿਸਾਬ ਨਾਲ ਮੈਂ 2 ਜਗ੍ਹਾ ਤੇ ਕੈਬਨਿਟ ਜਿਹੜੀ ਆ ਇੱਥੇ ਕਸੂਤੀ ਫਸਦੀ ਆ। ਇੱਕ ਫੈਸਲਾ ਲੈ ਕੇ ਫਿਰ ਮੀਟਿੰਗ ਜਿਹੜੀ ਅਟੈਂਡ ਕਰਨੀ, ਤੇ ਇੱਕ ਜਿਹੜਾ ਵਾਕਆਊਟ ਕੀਤਾ, ਵਾਕਆਊਟ ਨਹੀਂ ਸੀ ਕਰਨਾ ਚਾਹੀਦਾ। ਵਾਕਆਊਟ ਕਰਨ ਤੋਂ ਪਹਿਲਾਂ ਉੱਥੇ ਫੈਸਲਾ ਲੈਣਾ ਚਾਹੀਦਾ ਸੀ ਤੇ ਮੁੱਖ ਸਕੱਤਰ ਨੂੰ ਹੁਕਮ ਕਰਨਾ ਚਾਹੀਦਾ ਸੀ ਕਿ ਤੁਸੀਂ ਮੀਟਿੰਗ ਚੋਂ ਬਾਹਰ ਜਾਓ, ਜਿਹੜਾ ਉਹਦਾ ਜਾਣਾ ਬਣਦਾ ਸੀ, ਨਾ ਕਿ ਕੈਬਨਿਟ ਮੰਤਰੀਆਂ ਦਾ ਜਾਣਾ ਬਣਦਾ ਸੀ। ਪਰ ਇਸ ਦੌਰਾਨ ਜੇ ਦੇਖਿਆ ਜਾਵੇ ਕਿ ਜਿਹੜਾ ਇਹ ਮੁਹਾਜ ਖੁੱਲਿਆ, ਮੈਨੂੰ ਲੱਗਦਾ ਹੌਲੀ ਹੌਲੀ ਕੈਪਟਨ ਸਾਹਿਬ ਇਹਨੂੰ ਠੰਡਾ ਕਰ ਗਏ ਨੇ। ਕੀ ਲੱਗਦਾ ਸੰਖੇਪ 'ਚ? ਨਹੀਂ, ਬਿਲਕੁਲ ਠੰਡਾ ਤਾਂ ਕਰ ਗਿਆ, ਮੈਂ ਇਹਦੇ ਨਾਲ ਸਹਿਮਤ ਹਾਂ। ਕਿਉਂਕਿ ਮਨਪ੍ਰੀਤ ਸਿੰਘ ਘਰੇਲੂ ਪ੍ਰੋਬਲਮ ਸੀ, ਉਹਦੇ 'ਚ ਫਸ ਗਏ। ਜੇ ਮਨਪ੍ਰੀਤ ਸਿੰਘ ਲੀਡ ਕਰਦੇ ਰਹਿੰਦੇ ਤੇ ਸ਼ਾਇਦ ਇਹ ਕੁਛ ਨਾ ਹੁੰਦਾ। ਹੁਣ ਮਨਪ੍ਰੀਤ ਸਿੰਘ ਦੇ ਫਾਦਰ ਦੀ ਡੈਥ ਹੋ ਗਈ, ਉਹ ਵਿਚਾਰੇ ਉਧਰ ਬਿਜ਼ੀ ਹੋ ਗਏ, ਤੇ ਪਿੱਛੋਂ ਜਿਸ ਤਰੀਕੇ ਦੇ ਨਾਲ ਲਿਪਾ ਪੋਚੀ ਮੈਂ ਪਹਿਲਾਂ ਕਿਹਾ ਕਿ ਹੋਈ ਆ, ਉਹਦੇ ਵਿੱਚ ਇਹ ਸਾਰਾ ਕੁਝ ਜਿਹੜਾ ਸੀਗਾ ਉਹਨੂੰ ਠੰਡਾ ਕਰਨ ਦੀ ਜਿਹੜੀ ਉਹ ਕੋਸ਼ਿਸ਼। ਦੂਜੇ ਬੰਨੇ ਇਸ ਮੁੱਦੇ ਤੇ ਇੱਕ ਹੋਰ ਡਿਵੈਲਪਮੈਂਟ ਹੋ ਗਈ। ਨਵਜੋਤ ਸਿੰਘ ਸਿੱਧੂ ਖੇਮੇ ਦੇ ਜਿਹੜੇ ਜਲੰਧਰ ਤੋਂ ਖਿਡਾਰੀ ਨੇ, ਪ੍ਰਗਟ ਸਿੰਘ ਹੋਰੀ MLA, ਉਹਨਾਂ ਨੇ ਫਰੰਟ ਖੋਲ੍ਹ ਦਿੱਤਾ। ਉਹਨਾਂ ਨੇ ਸ਼ਰਾਬ ਮੁੱਦੇ ਦੇ ਨਾਲ ਨਾਲ ਨਸ਼ਿਆਂ ਦਾ ਮੁੱਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਹੋਰ ਕਈ ਮੁੱਦੇ ਪ੍ਰਗਟ ਸਿੰਘ ਉਹਨਾਂ ਨੇ ਉਠਾ ਦਿੱਤੇ। ਮੈਨੂੰ ਲੱਗਦਾ ਪ੍ਰਗਟ ਸਿੰਘ ਹੋਰਾਂ ਦਾ ਵਿਚਾਰਾਂ ਦਾ ਪ੍ਰਗਟਾਵਾ ਵੀ ਇਸੇ ਖੇਮੇ ਦੀ ਜਾਂ ਪੰਜਾਬ ਦੀਆਂ ਜਾਇਜ਼ ਮੰਗਾਂ ਦੀ ਇੱਕ ਮੁਹਾਜ ਹੈ ਜਿਹੜੀ ਮੁੜ ਕੇ ਖੁੱਲ੍ਹਿਆ ਜੀ। ਦੇਖੋ ਟਿਵਾਣਾ ਸਾਹਿਬ, ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦਾ, ਦੋਨੋਂ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਰਹੇ ਆ। ਇੱਕ ਹਾਕੀ ਤੋਂ ਆ, ਦੂਸਰਾ ਕ੍ਰਿਕਟ ਤੋਂ ਜੀ। ਪ੍ਰਗਟ ਸਿੰਘ ਨੇ ਇਹੀ ਕੁਝ ਅਕਾਲੀ ਦਲ ਦੇ ਵਿਰੁੱਧ ਵੀ ਸਟੈਂਡ ਲਿਆ ਸੀ, ਜਿਹੜਾ ਉਹਨੇ ਅੱਜ ਕਾਂਗਰਸ ਦੇ ਵਿਰੁੱਧ ਲਿਆ, ਆਪਣੇ ਮੁੱਖ ਮੰਤਰੀ ਦੇ ਵਿਰੁੱਧ ਲਿਆ, ਉਦੋਂ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਵਿਰੁੱਧ ਲਿਆ ਸੀ। ਇਹੀ ਜਿਹੜਾ ਕੁਝ ਹੁਣ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਸਟੈਂਡ ਲਿਆ, ਇਹੀ ਕੁਝ ਉਹਨਾਂ ਉਸ ਵੇਲੇ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਵਿਰੁੱਧ ਵੀ ਲਿਆ ਸੀਗਾ। ਉਹ ਕਿਤੇ ਨਾ ਕਿਤੇ ਆਪਣੀ ਜਗ੍ਹਾ ਤੇ ਜਾਇਜ਼ ਸੀਗੇ, ਲੇਕਿਨ ਬਦਕਿਸਮਤੀ ਕਿ ਉਹ ਵਿਚਾਰੇ ਇਕੱਲੇ ਕਾਰੇ ਸੀ, ਅਲੱਗ ਥਲੱਗ ਪੈ ਗਏ। ਅੱਜ ਹੁਣ ਜਿਹੜਾ ਕੁਝ ਪ੍ਰਗਟ ਸਿੰਘ ਨੇ ਕਿਹਾ, ਇਹ ਕੁਝ ਪ੍ਰਗਟ ਸਿੰਘ ਨੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਕਿਹਾ ਸੀ, ਜਦੋਂ ਚਿੱਠੀ ਲਿਖੀ ਸੀ ਮੁੱਖ ਮੰਤਰੀ ਨੂੰ। ਫਿਰ ਮੁੱਖ ਮੰਤਰੀ ਨੂੰ ਉਹਨੂੰ ਮਿਲਣ ਦਾ ਸਮਾਂ ਜਿਹੜਾ ਸੀ ਉਹ ਦੇਣਾ ਪਿਆ ਸੀ, ਖੁੱਲ੍ਹ ਕੇ ਵਿਚਾਰਾਂ ਹੋਈਆਂ ਸੀ, ਲੇਕਿਨ ਉਹਦੇ ਤੇ ਵੀ ਕੋਈ ਗੌਰ ਜਿਹੜਾ ਸੀ ਉਹ ਨਹੀਂ ਕੀਤਾ ਗਿਆ, ਔਰ ਇਸੇ ਤੋਂ ਦੁਖੀ ਨੇ। ਹੁਣ ਤੁਸੀਂ ਅੱਜ ਦੇਖੋ ਕੀ ਹਾਲਾਤ ਬਣੀ ਆ। ਜਸਮੇਰ ਸਿੰਘ ਸੈਣੀ ਦੀ ਜ਼ਮਾਨਤ ਹੋਈ ਆ, ਤੇ ਉਹਦੇ ਬਾਅਦ ਜਿਹੜੇ ਬਾਕੀ ਦੇ 5 ਮੁਲਾਜ਼ਮ ਸੀ, ਉਹਦੇ 'ਚ ਮੁਲਜ਼ਮ ਸੀਗੇ, ਉਹ 5 ਦੀ ਉਹਨਾਂ ਦੀ ਵੀ ਜਿਹੜੀ ਉਹ ਜ਼ਮਾਨਤ ਹੋ ਗਈ ਆ। ਹੁਣ ਤੁਸੀਂ ਦੇਖੋ ਕਿ ਜਾ ਕਿਹੜੇ ਬੰਨੇ ਨੂੰ ਸਾਰਾ ਕੁਝ ਰਿਹਾ। ਤੁਸੀਂ ਤਾਂ ਬਰਗਾੜੀ ਦਾ ਇਨਸਾਫ ਲੈ ਕੇ ਦੇਣ ਦੀ ਗੱਲ ਕਰਦੇ ਸੀ, ਤੁਸੀਂ ਤਾਂ ਸਮੇਰ ਸਿੰਘ ਸੈਣੀ ਵਾਲੇ ਕੇਸ 'ਚ ਜਿਹੜਾ ਉਹਦੇ 'ਚ ਇਨਸਾਫ ਲੈ ਕੇ ਨਹੀਂ ਦੇ ਸਕੇ। ਕਿਤੇ ਨਾ ਕਿਤੇ ਸਾਰਾ ਕੁਝ ਜਿਹੜਾ ਉਹ ਕੇਵਲ ਤੇ ਕੇਵਲ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਹੋ ਰਹੀ ਆ, ਨਾ ਕਿ ਕਿਸੇ ਹੋਰ ਨੂੰ ਇਨਸਾਫ ਲੈ ਕੇ ਦੇਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ, ਨਾ ਸਟੇਟ ਨੂੰ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਹੋ ਰਹੀ ਆ। ਕੇਵਲ ਤੇ ਕੇਵਲ ਆਪਣਾ ਸਮਾਂ ਜਿਹੜਾ ਉਹ ਟਪਾਉਣ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਆ। ਲੋਕਡਾਊਨ ਦੀ ਬਿਨਾਹ 'ਤੇ ਜਿਸ ਤਰ੍ਹਾਂ ਖੁੱਲ੍ਹ ਦੇ ਦਿੱਤੀ ਗਈ ਹੈ, ਹੁਣ ਭਾਈ ਗੋਬਿੰਦ ਸਿੰਘ ਲੌਂਗੋਵਾਲ SGPC ਪ੍ਰਧਾਨ, ਪਹਿਲਾਂ ਜਥੇਦਾਰ ਸਾਹਿਬ ਨੇ ਵੀ ਆਖਿਆ ਕਿ ਜੇ ਠੇਕੇ ਖੁੱਲ੍ਹ ਸਕਦੇ ਨੇ ਤਾਂ ਧਾਰਮਿਕ ਸਥਾਨ ਕਿਉਂ ਨਹੀਂ ਖੁੱਲ੍ਹ ਸਕਦੇ। ਪਰ ਦੇਖਿਆ ਦੁਖਨਿਵਾਰਨ ਸਾਹਿਬ ਸ਼੍ਰੀ ਪਟਿਆਲਾ ਵਿੱਚ ਜਿਹੜਾ ਹੈਗਾ, ਸ਼੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਵਿੱਚ ਵੀ ਸ਼ਰਧਾਲੂ ਨੇ ਜਿਹੜੇ ਪੁਲਿਸ ਨਾਲ ਬਹਿਸ ਦੇ ਨਜ਼ਰ ਆਉਂਦੇ ਨੇ। ਅੰਮ੍ਰਿਤਸਰ ਦੇ ਸ਼੍ਰੀ ਭੱਦਰਕਾਲੀ ਮੇਲਾ ਸ਼ੁਰੂ ਹੋ ਗਿਆ, ਉੱਥੇ ਵੀ ਲੋਕਡਾਊਨ ਦੇ ਨਿਯਮਾਂ, ਡਿਸਟੈਂਸ ਦੀਆਂ ਧੱਜੀਆਂ ਉੜੀਆਂ ਨੇ। ਵੈਸੇ ਸਰਕਾਰ ਜਾਂ ਪੁਲਿਸ ਰੋਕ ਨਹੀਂ ਰਹੀ, ਹਰ ਬੰਦਾ ਫੜੀ ਲਾ ਕੇ ਬੈਠਾ ਹੈ। ਕਿਤੇ ਨਾ ਕਿਤੇ ਟੇਢੇ ਢੰਗ ਦੇ ਨਾਲ ਖੁੱਲ੍ਹ ਨਹੀਂ ਦਿੱਤੀ ਗਈ ਲੋਕਾਂ ਨੂੰ, ਜਾਂ ਤੁਹਾਨੂੰ ਲੱਗਦਾ ਹੈ ਕਿ ਲੋਕਡਾਊਨ ਦੇ ਖੁੱਲ੍ਹਣ ਦੇ ਨਾਲ ਜਿਹੜਾ ਇਹ ਕਰੋਨਾ ਜਿਸ ਨੂੰ ਮਹਾਮਾਰੀ ਦੱਸਿਆ ਜਾ ਰਿਹਾ, ਇਹ ਵੱਧ ਸਕਦੀ ਹੈ? ਟਵਾਣਾ ਸਾਹਿਬ, ਸ਼ੁਰੂਆਤ ਇੱਥੋਂ ਕਰਾਂਗੇ। ਜਿਸ ਵੇਲੇ ਤੁਸੀਂ ਜਨਤਾ ਕਰਫਿਊ ਤੇ ਲੋਕਡਾਊਨ ਤੇ ਕਰਫਿਊ ਦੀਆਂ ਗੱਲਾਂ ਕੀਤੀਆਂ ਸੀ, ਉਹ ਤੁਹਾਡੇ ਗਲਤ ਫੈਸਲੇ ਸੀ, ਉਹ ਸਹੀ ਸਮਾਂ ਨਹੀਂ ਸੀ। ਜਿਸ ਵੇਲੇ ਤੁਹਾਨੂੰ ਅਕਤੂਬਰ ਨਵੰਬਰ ਦੇ ਵਿੱਚ ਜਿਹੜੇ ਫੈਸਲੇ ਲੈਣੇ ਚਾਹੀਦੇ ਸੀ ਤੁਸੀਂ ਨਹੀਂ ਲਏ, ਜਿਹੜੇ ਜਨਵਰੀ ਫਰਵਰੀ 'ਚ ਲੈਣੇ ਚਾਹੀਦੇ ਸੀ ਉਹ ਨਹੀਂ ਲਏ। ਉਸ ਵੇਲੇ ਤੇ ਤੁਸੀਂ ਟਰੰਪ ਦੇ ਸਵਾਗਤ 'ਚ ਜੁਟੇ ਪਏ ਸੀ, ਜਦੋਂ ਤੁਸੀਂ ਸਾਰੇ ਦੇਸ਼ ਨੂੰ ਜਿਹੜਾ ਉਹ ਬਰਬਾਦ ਕਰਨ ਦੇ ਕੰਗਾਰ ਤੇ ਲੈ ਗਏ। ਜਿਹੜੇ ਫੈਸਲੇ ਤੁਸੀਂ ਮਾਰਚ 'ਚ ਲਏ ਉਹ ਨਹੀਂ ਸੀ, ਉਹ ਹੁਣ ਲੈਣੇ ਬਣਦੇ ਸੀ। ਜਦੋਂ ਤੁਸੀਂ 1 ਲੱਖ ਨੂੰ ਕ੍ਰਾਸ ਕਰ ਚੁੱਕੇ ਹੋ, ਇਹ ਫੈਸਲੇ ਅੱਜ ਲੈਣੇ ਬਣਦੇ ਸੀ। ਤੁਸੀਂ ਮਾਰਚ 'ਚ ਲੈ ਲਏ, ਲੋਕਾਂ ਨੂੰ ਘਰਾਂ 'ਚ ਬੰਦ ਕਰਤਾ। ਲੋਕ ਪਿਛਲੇ 2 ਮਹੀਨੇ ਤੋਂ ਜਿਹੜੇ ਭੁੱਖਣ ਭਾਰੇ ਨੇ, ਚਾਹੇ ਉਹ ਮਜ਼ਦੂਰ ਆ, ਚਾਹੇ ਉਹ ਇੱਥੋਂ ਦੇ ਲੋਕਲ ਨੇ, ਉਹ ਸਾਰੇ ਦੇ ਸਾਰੇ ਜਦੋਂ ਭੁੱਖਣ ਭਾਣੇ ਆ, ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਫਸੇ ਬੈਠੇ ਆ। ਰਹੀ ਗੱਲ ਇਸ ਤੋਂ ਅਗਲੀ, ਤੁਸੀਂ ਜਿਸ ਦਿਨ ਪੁਲਿਸ ਕਰਫਿਊ ਲਾਇਆ, ਉਸ ਦਿਨ ਤੁਸੀਂ ਇੱਕ ਵਾਰ ਜਿਹੜੀ 72 ਘੰਟੇ ਲੋਕਾਂ ਦੀ ਛਿੱਤਰ ਪਰੇਡ ਕੀਤੀ, ਉਹਦੇ ਬਾਅਦ ਤੁਸੀਂ ਬਿਲਕੁਲ ਜਿਹੜੇ ਸਾਇਲੈਂਟ ਹੋ ਗਏ। ਲੋਕ ਸ਼ਰੇਆਮ ਜਿਹੜਾ ਉਹ ਸੜਕਾਂ ਤੇ ਚੱਲਣ ਘੁੰਮਣ ਫਿਰਨ ਲੱਗ ਗਏ।
ਉਹ ਜਿਹੜਾ ਘੁੰਮਣ ਫਿਰਨ ਲੱਗ ਗਿਆ ਹਿਸਾਬ ਨਾਲ ਜਾਣੀਏ ਤਾਂ ਉਹੀ ਇੱਕ ਕਰਫਿਊ 'ਚ ਢਿੱਲ ਸੀ, ਉਹੀ ਲੋਕਡਾਊਨ ਸੀ ਵੀ ਤੁਸੀਂ ਖੁੱਲ੍ਹ ਦੇ ਦਿੱਤੀ ਆ। ਹੁਣ ਕਹਿੰਦੇ ਆ ਜੀ 31 ਮਈ ਤੱਕ ਲੋਕਡਾਊਨ ਰਹੂਗਾ ਲੇਕਿਨ ਕਰਫਿਊ ਚੱਕਦਾ। ਕਰਫਿਊ ਤਾਂ ਪਹਿਲੇ 4 ਦਿਨ ਦੇ ਬਾਅਦ ਹੀ ਚੱਕਿਆ ਗਿਆ ਸੀ, ਜਦੋਂ ਪੁਲਿਸ ਨੂੰ ਝਾੜਾ ਪਈਆਂ, ਸਰਕਾਰ ਨੂੰ ਝਾੜਾ ਪਈਆਂ ਕਿ ਕੀ ਕੁਛ ਕੀਤਾ, ਲੋਕ ਇਸ ਤਰ੍ਹਾਂ ਤੁਸੀਂ ਛੱਲੀਆਂ ਵਾਂਗਰ ਕੁੱਟੇ ਨੇ, ਤੇ ਉਹਦੇ ਬਾਅਦ ਪੁਲਿਸ ਚੁੱਪ ਹੋ ਗਈ, ਲੋਕ ਸ਼ਰੇਆਮ ਘੁੰਮਦੇ ਫਿਰਦੇ ਸੀ, ਬਾਜ਼ਾਰ ਖੁੱਲੇ ਸੀਗੇ। ਦੂਜੇ ਬੰਨੇ ਜੇ ਦੇਖਿਆ ਜਾਵੇ ਲੁਧਿਆਣਾ ਦੇ ਵਿੱਚ ਜਿਹੜੇ ਨੇ ਡਾਕਟਰ ਸਿਹਤ ਕਰਮੀ ਵਿਰੋਧ ਕਰ ਰਹੇ ਨੇ ਕਿ ਸਾਨੂੰ ਜਿਹੜੀਆਂ ਪੀਪੀ ਕਿੱਟਾਂ ਨੇ ਉਹ ਵੀ ਜਾਲੀ ਨੇ, ਸਬ ਸਟੈਂਡਰਡ ਮਾਸਕ ਨੇ, ਸੈਨੀਟਾਈਜ਼ਰ ਵੀ ਗੁੱਡ ਨਹੀਂ ਹੈ। ਡਾਕਟਰ ਵਿਰੋਧ ਕਰ ਰਹੇ ਨੇ, ਜਗ੍ਹਾ ਜਗ੍ਹਾ ਸਿਹਤ ਕਾਮੇ ਵਿਰੋਧ ਕਰ ਰਹੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਸਾਨੂੰ ਇਸ ਬਿਮਾਰੀ ਨਾਲ ਲੜਨ ਦੇ ਵਾਸਤੇ ਕਮੈਂਟ ਦਿੱਤੇ ਗਏ ਨੇ ਇਹ ਗੈਰ ਮਿਆਰੀ ਨੇ। ਦੂਜੇ ਬੰਨੇ ਜਿਹੜੇ ਸ਼ਰਧਾਲੂ ਨੰਦੇੜ ਸਾਹਿਬ ਹਜੂਰ ਸਾਹਿਬ ਤੋਂ ਆਏ ਸੀ ਉਹਨਾਂ ਦੇ ਵਿੱਚ ਕੋਈ ਬਹੁਤੇ ਮਰੀਜ਼ ਨਹੀਂ ਨਿਕਲੇ, ਪਰ ਉਹਦਾ ਫਾਇਦਾ ਪੰਜਾਬ ਸਰਕਾਰ ਨੂੰ ਇਹ ਹੋ ਗਿਆ ਕਿ ਜਿਹੜਾ ਪੰਜਾਬ ਦੇ ਵਿੱਚ ਡੈਥ ਰੇਟ 6% ਸੀ, ਨੈਸ਼ਨਲ ਤਾਂ 2.5 ਹੈ, ਇੰਟਰਨੈਸ਼ਨਲ ਵੀ ਇੰਨਾ ਕੁ ਹੈ, ਉਹ ਹੁਣ ਸਰਕਾਰ ਦਾਅਵਾ ਕਰਦੀ ਹੈ ਕਿ ਸਾਡੇ ਡੈਥ ਰੇਟ ਨੈਸ਼ਨਲ ਨਾਲੋਂ ਵੀ ਘਟ ਗਿਆ। ਮਤਲਬ ਉਹ ਜਿਹੜਾ 1100-1200 ਸ਼ਰਧਾਲੂ ਇਸ ਖਾਤੇ ਪਾਇਆ ਗਿਆ ਸੀ ਉਹਦੇ ਵਿੱਚ ਕੋਈ ਵੀ ਬਿਮਾਰ ਨਹੀਂ ਨਿਕਲਿਆ। ਮੇਰੇ ਖਿਆਲ ਉਹ ਸ਼ਰਧਾਲੂਆਂ ਨੂੰ ਲੈ ਕੇ ਵੀ ਇੱਕ ਗੇਮ ਜੀ ਸੀ, ਜਿਹੜੀਆਂ ਸਰਕਾਰਾਂ ਨੂੰ ਵੀ ਰਾਸ ਆ ਗਈ ਹੈ ਤੇ ਜਿਹੜਾ ਸਿੱਖੀ ਨੂੰ ਬਦਨਾਮ ਕਰਨ ਵਾਲੇ ਸੀ ਉਹਨਾਂ ਨੂੰ ਵੀ ਰਾਸ ਆ ਗਈ ਹੈ। ਉਹ ਤਾਂ ਬਿਲਕੁਲ ਨੰਬਰ 9 ਹੋ ਕੇ ਨਿਕਲੇ ਨੇ ਸਾਰੇ। ਬਿਲਕੁਲ ਟਵਾਣਾ ਸਾਹਿਬ, ਅੱਜ ਦੀ ਡੇਟ ਦੇ ਵਿੱਚ ਜਾਣੋ ਤੇ 400 ਦੇ ਲਗਭਗ ਪੇਸ਼ੈਂਟ ਜਿਹੜਾ ਉਹ ਰਹਿ ਗਿਆ। ਲੁਧਿਆਣੇ ਦੇ ਵਿੱਚ ਅੱਜ ਕੋਈ 20-22 ਜਿਹੜੇ ਪੇਸ਼ੈਂਟ ਹੋਰ ਨਿਕਲੇ ਨੇ ਤੇ ਤਕਰੀਬਨ 400 ਦੇ ਲਗਭਗ ਰਹਿ ਗਿਆ। ਬਾਕੀ ਸਾਰੇ ਦੇ ਸਾਰੇ ਜਿਹੜੇ ਨੇ ਉਹ ਠੀਕ ਹੋ ਕੇ ਨੰਬਰ 9 ਨੇ, ਉਹ ਘਰੋਂ ਘਰੀ ਜਿਹੜੇ ਉਹ ਜਾ ਚੁੱਕੇ ਨੇ ਤੇ 400 ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਕਿਤੇ ਨਾ ਕਿਤੇ ਸਰਕਾਰ ਨੇ ਕੰਟਰੋਲ ਤਾਂ ਕਰ ਲਿਆ, ਲੇਕਿਨ ਹੁਣ ਜਿੱਥੋਂ ਤੱਕ ਹੈਲਥ ਡਿਪਾਰਟਮੈਂਟ ਦਾ ਸਵਾਲ ਆ, ਹੈਲਥ ਡਿਪਾਰਟਮੈਂਟ ਕੋਲੇ ਪ੍ਰੋਪਰ ਜੋ ਔਜ਼ਾਰ ਜੋ ਕੁਛ ਉਹਨਾਂ ਨੂੰ ਸਮਾਨ ਚਾਹੀਦਾ ਉਹਨਾਂ ਕੋਲ ਨਹੀਂ ਹੈ। ਉਹ ਆਪਣੇ ਸਟਾਫ ਤੋਂ ਧੱਕੇ ਦੇ ਨਾਲ ਕੰਮ ਜਿਹੜਾ ਉਹ ਲਈ ਜਾ ਰਹੇ ਨੇ। ਸਟਾਫ ਫੇਰ ਵੀ ਮੈਂ ਕਹਿੰਦਾ ਧਾਨਕ ਜਿਹੜਾ ਉਹ ਫੇਰ ਵੀ ਕੰਮ ਕਰੀ ਜਾ ਰਿਹਾ। ਜੋ ਕੁਛ ਉਹਨਾਂ ਨੂੰ ਪ੍ਰੀਕਾਸ਼ਨ ਵਰਤਣ ਦੇ ਲਈ ਸਮਾਨ ਚਾਹੀਦਾ ਉਹ ਉਹਨਾਂ ਕੋਲੇ ਨਹੀਂ ਹੈ। ਜੇ ਉਹ ਨਹੀਂ ਹੈ ਤੇ ਫੇਰ ਵੀ ਉਹ ਤੁਹਾਡਾ ਕੰਮ ਕਰ ਰਿਹਾ। ਮੈਂ ਕਹਿੰਦਾ ਫੇਰ ਵੀ ਉਹ ਧੰਨ ਨੇ ਕੋ ਫੇਰ ਵੀ ਤੁਹਾਡਾ ਕੰਮ ਜਿਹੜਾ ਉਹ ਕਰੀ ਜਾ ਰਹੇ ਨੇ। ਸਰਕਾਰ ਕੀ ਕਹਿੰਦੀ, ਸਰਕਾਰ ਕੇਂਦਰ ਵੱਲ ਦੇਖਦੀ ਆ ਤੇ ਕੇਂਦਰ ਗਾਂ ਹੋਰ ਵਿਦੇਸ਼ਾਂ ਵੱਲ ਦੇਖਦਾ। ਨਾ ਕੇਂਦਰ ਕੁਛ ਦੇਣਾ ਚਾਹੁੰਦਾ ਤੇ ਨਾ ਸਟੇਟ ਕੋਲੇ ਦੇਣ ਲਈ ਕੁਛ ਆ। ਜਿਹੜੀਆਂ ਵਿਰੋਧੀ ਧਿਰਾਂ ਨੇ ਜਿਨ੍ਹਾਂ ਦੀ ਸੈਂਟਰ ਦੇ ਵਿੱਚ ਭਾਈਵਾਲੀ ਆ, ਉਹ ਕਹਿੰਦੇ ਜਿਹੜਾ ਆਇਆ ਉਹ ਵਰਤ ਲਓ। ਜਦੋਂ ਆਇਆ ਹੀ ਕੱਖ ਨਹੀਂ ਤਾਂ ਵਰਤਣਾ ਕੀ ਆ? ਜਦੋਂ ਦਿੱਤਾ ਹੀ ਕੱਖ ਨਹੀਂ, ਜਿਹੜਾ ਕੁਛ ਦਿੱਤਾ ਉਹ ਤਾਂ ਰੂਟੀਨ ਦਾ, ਉਹ ਰੂਟੀਨ ਦੇ ਲਈ ਆਉਂਦਾ, ਉਹ ਅਲੱਗ-ਅਲੱਗ ਸਮਿਆਂ ਦੇ ਉੱਤੇ ਆਉਂਦਾ ਰਹਿੰਦਾ। ਉਹ ਹਰ ਪਲਾਨਿੰਗ, ਜਦੋਂ ਪਲਾਨਿੰਗ ਕਮਿਸ਼ਨ ਬਣਦਾ ਹਰ ਸਾਲ ਕੀ ਦੇਣਾ ਕੀ ਨਹੀਂ ਦੇਣਾ ਉਹ ਜਿਹੜੇ ਸੈਂਟਰ ਤੋਂ ਫੰਡ ਆਉਣੇ ਨੇ ਉਹ ਰੂਟੀਨ 'ਚ ਆਈ ਜਾਂਦੇ। ਗੱਲ ਤਾਂ ਸਭ ਤੋਂ ਵੱਡੀ ਸੀ ਜਿਹੜਾ ਕਰੋਨਾ ਦੇ ਨਾਲ ਸੰਬੰਧਿਤ ਸੀ ਉਹ ਕਿਹੜਾ ਫੰਡ ਦਿੱਤਾ ਗਿਆ। ਜੇ ਉਹ ਫੰਡ ਹੀ ਨਹੀਂ ਦਿੱਤਾ ਗਿਆ ਤੇ ਫਿਰ ਅੱਗੇ ਡਿਸਟ੍ਰੀਬਿਊਟ ਕੀ ਹੋਣਾ? ਹਾਂ, ਇੱਕ ਜ਼ਰੂਰ ਸੀ, ਤੁਸੀਂ ਦਾਲ ਦਿੱਤੀ ਸੀ ਉਹ ਵੀ ਖਰਾਬ ਦਿੱਤੀ ਸੀਗੀ। ਕਣਕ ਜਿਹੜੀ ਸੀਗੀ ਉਹ ਸਟੇਟ ਦੇ ਇਹਨਾਂ ਦੇ ਗੋਦਾਮਾਂ 'ਚ ਪਈ ਸੀ, ਜਿਹੜੀ ਵੰਡਣੀ ਸੀ ਕਣਕ ਜਿਹੜੀ ਸੀ, ਜਿਹੜੀ ਦਾਲ ਸੀ ਉਹ ਤੁਹਾਡੀ ਵਾਪਸ ਹੋ ਗਈ ਆ। ਹੁਣ ਵਾਪਸ ਕਿੱਦਣ ਆਉਂਦੀ ਆ? ਜੇ ਪਹਿਲਾਂ ਦਿੱਤੀ ਨਹੀਂ, ਜੇ ਦਿੱਤੀ ਸੀ ਤਾਂ ਉਹ ਖਰਾਬ ਦੇ ਦਿੱਤੀ, ਉਹ ਹੁਣ ਤੁਹਾਡੀ ਵਾਪਸ ਹੋ ਗਈ। ਜਦੋਂ ਆਊਗੀ ਉਹਦੇ ਬਾਅਦ ਵੰਡਾਉਣ ਦੀ ਹੋਏਗੀ, ਉਦੋਂ ਤੱਕ ਲੋਕ ਭੁੱਖੇ ਮਰਦੇ ਫੇਰ ਸੜਕਾਂ ਤੇ ਨਿਕਲ ਆਉਣਗੇ। ਕਿਤੇ ਨਾ ਕਿਤੇ ਟਵਾਣਾ ਸਾਹਿਬ ਬਹੁਤ ਬੇਇਨਸਾਫੀ ਕੀਤੀ ਗਈ ਆ ਜੀ। ਔਰ ਖਾਸ ਕਰਕੇ ਤੁਸੀਂ ਇੱਕ ਅੰਦਾਜ਼ਾ ਲਾਓ ਕਿ ਟੋਟਲ ਮੈਂ ਕੈਲਕੂਲੇਟ ਕਰਦਾ ਸੀ, ਸਰਕਾਰੀ ਮੁਲਾਜ਼ਮਾਂ, ਸੈਮੀ ਗਵਰਨਮੈਂਟ ਦੇ ਵਿੱਚ ਵੀ ਬੈਠਾ, ਪੈਨਸ਼ਨਰ ਬੈਠੇ ਨੇ, ਨਰੇਗਾ ਵਾਲੇ ਬੈਠੇ ਨੇ, ਮਤਲਬ ਇਹ ਟੋਟਲ ਲਾ ਕੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਏਡ ਮਿਲ ਰਹੀ ਆ ਉਹ ਸਾਰਾ 37% ਬਣਦਾ। ਜੇ 37% ਬਣਦਾ, ਜਿਹਨੂੰ ਪਤਾ ਕਿ ਮਹੀਨੇ ਬਾਅਦ ਉਹਦੇ ਅਕਾਊਂਟ 'ਚ ਆ ਜਾਣੇ ਨੇ, ਜਿਹੜਾ ਬਾਕੀ 63% ਰੋਜ਼ਾਨਾ ਕਮਾ ਕੇ ਖਾਣ ਵਾਲਾ ਉਹ 63% ਕਿੱਥੇ ਜਾਏਗਾ? ਉਹਦਾ ਕੌਣ ਵਾਲੀ ਵਾਰਸ ਆ? 2 ਮਹੀਨੇ ਤੋਂ ਘਰ ਬੈਠਾ, ਉਹਨੂੰ ਕੌਣ ਸੰਭਾਲੇਗਾ? ਜਿਹੜੀ ਮਾੜੀ ਮੋਟੀ ਇੰਡਸਟਰੀ ਸੀ ਸੁਰਿੰਦਰ ਸਿੰਘ ਜੀ ਲੁਧਿਆਣੇ ਦੀ ਸੀ ਜਾਂ ਹੋਰ ਸਮਾਲ ਸਕੇਲ ਇੰਡਸਟਰੀ ਸੀ, ਉਹ ਸਾਰੀ ਤਕਰੀਬਨ ਚੌਪਟ ਹੋ ਗਈ ਹੈ। ਇੱਕ ਮਿਸਟੇਕ ਹੋਈ ਹੈ ਕਿ ਕਾਂਗਰਸ ਨੇ ਆਪਣਾ ਨਾਂ ਚਮਕਾਉਣ ਦੇ ਲਈ, ਜਿਸ ਤਰ੍ਹਾਂ ਕਿਹਾ ਜਾ ਰਿਹਾ ਰਾਜਾ ਵੜਿੰਗ ਨੇ ਪਰਚੇ ਵੰਡੇ ਬਠਿੰਡੇ ਸਟੇਸ਼ਨ ਤੇ ਕਿ ਤੁਹਾਡੇ ਜਾਣ ਦਾ ਕਿਰਾਇਆ, ਮਜ਼ਦੂਰ ਵੀਰੋ ਬਿਹਾਰ ਭੇਜਣ ਦਾ ਕਿਰਾਇਆ, ਯੂਪੀ ਭੇਜਣ ਦਾ ਕਿਰਾਇਆ ਸੋਨੀਆ ਗਾਂਧੀ ਜੀ ਦੇ ਰਹੇ ਨੇ, ਪੈਂਫਲੇਟ ਵੰਡ ਰਹੇ ਨੇ। ਕਿਤੇ ਨਾ ਕਿਤੇ ਬਿਹਾਰ ਦੀ ਆਗਾਮੀ ਇਲੈਕਸ਼ਨ ਨੂੰ ਲੈ ਕੇ ਕੈਸ਼ ਵੀ ਕੀਤਾ ਗਿਆ ਕਿ ਅਸੀਂ ਤੁਹਾਨੂੰ ਭੇਜ ਰਹੇ ਹਾਂ, ਹੈ ਨਾ। ਪਰ ਇਸ ਦੌਰਾਨ ਹੈ ਤਾਂ ਪੈਸਾ ਪੰਜਾਬ ਸਰਕਾਰ ਦਾ, ਟੈਕਸ ਪੇਅਰ ਦਾ ਪੈਸਾ, ਜਿਸ ਤਰ੍ਹਾਂ ਜਿਹੜਾ 1.5 ਲੱਖ ਮਜ਼ਦੂਰ ਭੇਜਿਆ ਜਾ ਰਿਹਾ। ਹਾਲਾਂਕਿ 12-15 ਲੱਖ ਮਜ਼ਦੂਰ ਵੇਟਿੰਗ ਦੇ ਵਿੱਚ ਆ, ਜਾਣ ਦੀ ਤਿਆਰੀ ਦੇ ਵਿੱਚ ਆ। ਜਿਹੜਾ 2.5-3 ਕਰੋੜ ਰੁਪਈਆ ਖਰਚਿਆ ਜਾ ਰਿਹਾ ਜਾਂ ਜੋ ਪੈਸੇ ਖਰਚੇ ਜਾ ਰਹੇ ਨੇ, ਜੇ ਉਹੀ ਪੈਸਾ ਮਜ਼ਦੂਰਾਂ ਨੂੰ ਦਿੱਤਾ ਜਾਂਦਾ ਕਿ ਭਾਈ ਆ ਚੁੱਕੋ ਪੈਸੇ, ਤੁਸੀਂ ਇੱਥੇ ਰਹੋ, ਖਾਓ ਪੀਓ, ਪਰ ਹੁਣ ਮਜ਼ਦੂਰ ਆਪ ਭੇਜ ਦਿੱਤੇ, ਇੰਡਸਟਰੀ ਆਪਣੀ ਖੁਦ ਬੰਦ ਕਰ ਲਈ। ਪਿੰਡਾਂ 'ਚ ਹਾਲਾਤ ਇਹ ਨੇ ਕਿ ਜਿਹੜਾ ਚਕੋਤਾ ਹਾਲੇ ਦੀ ਮਾਲੇ ਦੀ ਇਹਦੀ ਰਕਮ ਏਕੜ ਦੀ 60,000 62,000 55,000 ਸੀ, ਉਹ 10-10,000 ਘਟ ਗਈ ਹੈ।
ਜ਼ਿਮੀਂਦਾਰ ਹੈ ਜਿਹੜਾ ਜ਼ਮੀਨ ਲੈਣ ਨੂੰ ਤਿਆਰ ਨਹੀਂ ਠੇਕੇ ਤੇ, ਉਹ ਵੀ ਜੱਟ ਮਚਲੇ ਹੋ ਗਏ ਨੇ। NRI ਦੀਆਂ ਜਾਂ ਜਿਹੜੇ ਲੋਕ ਜ਼ਮੀਨ ਠੇਕੇ ਦਿੰਦੇ ਨੇ ਉਹਨਾਂ ਨੂੰ ਵੱਡਾ ਘਾਟਾ ਪੈ ਰਿਹਾ। ਇਹਦੇ 'ਚ ਇਕੋਨਮੀ ਨੂੰ ਘਾਟਾ ਪੈ ਗਿਆ। ਜੇ ਮਾਲਕੀ ਦਾ ਰੇਟ ਘਟਿਆ ਤਾਂ ਜ਼ਮੀਨ ਦੀ ਵੈਲਿਊ ਵੀ ਘਟੇਗੀ, ਕਿੱਲਿਆਂ ਦੇ ਰੇਟ ਡਾਊਨ ਜਾਣਗੇ। ਸੋ ਇਸ ਦੌਰਾਨ ਮਜ਼ਦੂਰਾਂ ਦੀ ਜਿਹੜੀ ਲਵਾਈ ਦਾ ਰੇਟ ਹੈ ਉਹ ਵਧੇਗਾ। ਹਾਲਾਂਕਿ ਪੰਜਾਬ ਸਰਕਾਰ ਨੇ ਪੈਡੀ ਟਰਾਂਸਪਲਾਂਟਰ ਨੇ ਜਿਹੜੇ ਉਹਨਾਂ ਦੇ ਵਿੱਚ ਸਬਸਿਡੀ ਵਧਾ ਦਿੱਤੀ ਹੈ, ਪਰ ਇਹ ਮਜ਼ਦੂਰਾਂ ਨੂੰ ਵਾਪਸ ਭੇਜਣ ਦਾ ਫੈਸਲਾ ਕਿਤੇ ਗਲਤ ਨਹੀਂ ਸੀ। ਇਹਦੇ ਨਾਲ ਬਿਹਤਰ ਹੁੰਦਾ ਕਿ ਦੇਖੋ, ਜਦੋਂ ਮੁਫਤ ਸਾਨੂੰ ਚੀਜ਼ ਮਿਲਦੀ ਹੈ, ਸਾਡੀ ਫਿਤਰਤ ਹੈ ਕਿ ਜੇ ਸਰਕਾਰ ਤੇਲ ਮੁਫਤ ਦਿੰਦੀ ਹੈ ਜੁੱਤੀ 'ਚ ਪਵਾ ਲਓ, ਭਾਵੇਂ ਡੁੱਲ ਜੇ ਪਰ ਜੁੱਤੀ ਤਾਂ ਥੰਦੀ ਰਹੂ। ਇਹ ਜਿਹੜੀ ਫਿਤਰਤ ਹੈ ਨਾ ਮੁਫਤ ਯਾਤਰਾ ਦੀ, ਅਗਲੇ ਜਾਣਗੇ ਹੀ। ਘਰ ਦੇ ਕਹਿੰਦੇ ਤੁਹਾਨੂੰ ਤੇ ਮੁਫਤ ਯਾਤਰਾ, ਤੁਸੀਂ ਫਿਰ ਵੀ ਨਹੀਂ ਆਉਂਦੇ, ਤੁਸੀਂ ਇੰਨੇ ਨੰਬੋਹੇ ਹੋ ਗਏ ਹੋ। ਕਿਤੇ ਨਾ ਕਿਤੇ ਇਹਦੀ ਕੋਈ ਪੈਕੇਜ ਮਜ਼ਦੂਰਾਂ ਨੂੰ ਇੱਥੇ ਰਹਿਣ ਦਾ ਦਿੱਤਾ ਜਾਂਦਾ, ਉਹ ਜ਼ਿਆਦਾ ਬਿਹਤਰ ਨਹੀਂ ਸੀ। ਅੱਜ ਹੁਣ ਝੋਨੇ ਦੀ ਕਿੱਲਤ ਆ, ਲਵਾਈ ਦੀ ਕਿੱਲਤ ਹੈ, ਬਿਜਾਈ ਦੀ ਕਿੱਲਤ ਹੈ ਜੀ। ਟਵਾਣਾ ਸਾਹਿਬ 11.5 ਲੱਖ ਦੇ ਆਸ-ਪਾਸ ਮਜ਼ਦੂਰ ਸੀ ਜਿਹਦੀ ਰਜਿਸਟ੍ਰੇਸ਼ਨ ਹੋਈ। ਉਹਦੇ ਬਾਅਦ ਇਹਨਾਂ ਨੇ ਉਹ ਰਜਿਸਟ੍ਰੇਸ਼ਨ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ। 11.5 ਦੇ ਵਿੱਚ ਹੁਣ ਤੁਸੀਂ ਰੋਜ਼ਾਨਾ 10 ਟ੍ਰੇਨਾਂ ਜਾ ਰਹੀਆਂ ਨੇ ਪੰਜਾਬ ਤੋਂ, ਹੁਣ ਤੱਕ 1.5 ਲੱਖ ਦੇ ਆਸ-ਪਾਸ ਗਿਆ। ਮਤਲਬ 12,000 ਬੰਦਾ ਇੱਕ ਦਿਨ 'ਚ ਨਿਕਲਦਾ। ਹੁਣ 12 ਲੱਖ ਬੰਦੇ ਨੂੰ ਕਿੰਨਾ ਸਮਾਂ ਚਾਹੀਦਾ, ਇੱਥੋਂ ਤਾਂ ਅੰਦਾਜ਼ਾ ਲਾ ਲਓ। ਇੱਕ ਦਿਨ 'ਚ ਥੋੜੀ ਭੇਜ ਲਓਗੇ। ਹਰ ਕਾਲਾ ਪਿਆ ਹੋਇਆ ਕਿ ਅਸੀਂ ਅੱਜ ਹੀ ਜਾਣਾ। ਹੁਣ ਉਹ ਵੀ ਇਹ ਨਹੀਂ ਸੋਚ ਰਿਹਾ ਕਿ ਜਿੱਥੇ ਜਾਣਾ ਉੱਥੇ ਜਾ ਕੇ ਖਾਓਗੇ ਕੀ। ਜੇ ਉੱਥੇ ਖਾਣ ਲਈ ਕੁਝ ਹੁੰਦਾ ਤੇ ਇੱਥੇ ਲੈਣ ਕੀ ਤੁਸੀਂ ਆਉਂਦੇ। ਇਹਦੇ ਤੇ ਵੀ ਰਾਜਨੀਤੀ ਹੋ ਰਹੀ ਆ। ਇਸ ਤੋਂ ਵੱਡੀ ਰਾਜਨੀਤੀ ਪੂਰਾ, ਚਾਹੇ ਉਹ ਭਾਰਤ ਸਰਕਾਰ ਆ ਚਾਹੇ ਸਟੇਟਾਂ ਨੇ। ਟਵਾਣਾ ਸਾਹਿਬ, ਜਿਸ ਤਰੀਕੇ ਨਾਲ ਮਜ਼ਦੂਰ ਕੋਈ 1800 ਕਿਲੋਮੀਟਰ ਦੇ ਲਈ ਤੁਰ ਪਿਆ, ਕੋਈ 1200 ਦੇ ਲਈ, ਕੋਈ 900 ਲਈ, ਕੋਈ 800 ਦੇ ਲਈ। ਹਾਲਾਤ ਕੀ ਬਣੀ ਹੋਈ ਆ। ਮਤਲਬ ਨਾ ਭਾਰਤ ਸਰਕਾਰ ਨੂੰ ਸ਼ਰਮ ਆਈ ਤੇ ਨਾ ਹੀ ਸਟੇਟਾਂ ਨੂੰ ਆਈ ਕਿ ਜਿਹੜਾ ਮਜ਼ਦੂਰ ਪੈਦਲ ਚੱਲਿਆ ਕਦੋਂ ਪਹੁੰਚੇਗਾ। ਬੰਦਾ ਸਾਈਕਲ ਦੇ ਉੱਪਰ 4 ਬੱਚੇ ਲੱਦ ਕੇ ਲਿਜਾ ਰਿਹਾ, ਕਦੋਂ ਪਹੁੰਚੇਗਾ। ਸਿਰਫ ਸਾਈਕਲ ਇਸ ਕਰਕੇ ਲਿਆ ਇਹ ਤੇ ਬੱਚੇ ਬਿਠਾ ਲਾਂਗਾ ਕਿ ਮੈਂ ਚੱਕ ਕੇ ਬੱਚਿਆਂ ਨੂੰ ਨਹੀਂ ਤੁਰ ਸਕਦਾ। ਘਰ ਵਾਲੀ ਬੱਚਾ ਹੋਣ ਵਾਲਾ, ਉਹਦੇ 2 ਬੱਚੇ ਕੋਲ ਨੇ, ਇੱਕ ਰੇੜੀ ਬਣਾਈ ਉਹਦੇ ਤੇ ਬਿਠਾ ਕੇ ਖਿੱਚ ਕੇ ਲਿਜਾ ਰਿਹਾ। ਕਿੱਥੋਂ? ਹੈਦਰਾਬਾਦ ਤੋਂ ਚੱਲਿਆ ਮੱਧ ਪ੍ਰਦੇਸ਼ ਜਾਣਾ। ਇੱਕ ਔਰਤ ਦਾ ਐਸੀ ਵੀਡੀਓ ਆਈ ਦੇਖ ਕੇ ਹੈਰਾਨ ਕਿ ਜਿਹੜੇ ਡੰਗਰ ਜੰਗਲ 'ਚ ਫਿਰਦੇ ਹੁੰਦੇ ਆ ਉਹਨਾਂ ਦੇ ਪੈਰਾਂ ਦੇ ਵੀ ਇਸ ਤਰ੍ਹਾਂ ਮਤਲਬ ਬੁਰਾ ਹਾਲ ਨਹੀਂ ਹੁੰਦਾ ਜਿਹੜਾ ਉਸ ਔਰਤ ਦਾ ਗਰਮੀ 'ਚ ਚੱਲ ਕੇ ਹੋਇਆ ਪਿਆ। ਫੇਰ ਨਹੀਂ ਇਹ ਸਰਕਾਰ ਨੂੰ ਸਮਝ ਆਈ। ਪੰਜਾਬ ਦੇ ਵਿੱਚੋਂ ਜਿਹੜੇ ਵਿਅਕਤੀ ਜਾਣਾ ਚਾਹੁੰਦੇ ਸੀ ਬਿਹਾਰ, ਉਹ ਹਰਿਆਣਾ 'ਚ ਵੜੇ, ਇਹਨਾਂ ਨੇ ਵੜ ਨਹੀਂ ਦਿੱਤੇ। ਉਹ ਪਿੰਡਾਂ ਵਿੱਚ ਦੀ ਹੋ ਕੇ ਗਏ। ਕੁਝ ਲੋਕ ਜਮਨਾ ਨਗਰ ਕੋਲ ਪਹੁੰਚ ਗਏ, ਉੱਥੋਂ ਲਿਆ ਕੇ ਵਾਪਸ ਪੰਜਾਬ ਦੀ ਸਰਹੱਦ ਤੇ ਛੱਡ ਦਿੱਤੇ। ਫਿਰ ਤੁਸੀਂ ਜਾਣਦੇ ਜੋ ਉੱਤਰ ਪ੍ਰਦੇਸ਼ 'ਚ ਐਂਟਰ ਹੋ ਗਏ, ਤੁਹਾਨੂੰ ਕੀ ਤਕਲੀਫ ਆ। ਫਿਰ ਉੱਤਰ ਪ੍ਰਦੇਸ਼ ਸਰਕਾਰ ਨੂੰ ਪ੍ਰਿੰਕਾ ਗਾਂਧੀ ਨੇ ਕਿਹਾ ਅਸੀਂ 100 ਬੱਸਾਂ ਦੇਵਾਂਗੇ, ਉਹ ਕਹਿੰਦੇ ਜੀ ਦਿਓ। ਉਹਨਾਂ 100 ਬੱਸਾਂ ਦੀ ਗੱਲ ਕੀਤੀ, ਉਹਨਾਂ ਨੇ ਦੇਣ ਦੀ ਕਰ ਲਈ। ਉਹਨਾਂ ਨੋਡਾ 100 ਬੱਸਾਂ ਇਕੱਠੀਆਂ ਕਰਤੀਆਂ, 1000 ਬੱਸ ਇਕੱਠੀ ਕਰਤੀ। ਜਦੋਂ 1000 ਬੱਸ ਇਕੱਠੀ ਕਰਤੀ, ਰਾਤ ਨੂੰ 1:30 ਵਜੇ ਮੈਸੇਜ ਆ ਗਿਆ ਚੀਫ ਸੈਕਟਰੀ ਉੱਤਰ ਪ੍ਰਦੇਸ਼ ਦਾ, ਕਹਿੰਦੇ ਜੀ ਸਾਰੀਆਂ ਬੱਸਾਂ ਜਿਹੜੀਆਂ, ਦੇਖੋ ਮਜ਼ਦੂਰ ਕਿੱਥੇ ਇਕੱਠਾ ਹੋਇਆ, ਨੋਡਾ ਤੇ ਗਾਜ਼ੀਆਬਾਦ ਜਿੱਥੋਂ ਉਹਨਾਂ ਨੇ ਜਾਣਾ, ਉੱਥੇ ਉਹਨਾਂ ਨੇ ਬੱਸਾਂ ਪ੍ਰੋਵਾਈਡ ਕਰਤੀਆਂ। ਉਹ ਕਹਿੰਦੇ ਨਹੀਂ ਜੀ ਪਹਿਲਾਂ ਬੱਸਾਂ ਨੂੰ ਲਖਨਊ ਭੇਜੋ, ਪਹਿਲਾਂ ਬੱਸਾਂ ਲਖਨਊ ਜਾਣਗੀਆਂ, ਫਿਰ ਲਖਨਊ ਤੋਂ ਉਹਨਾਂ ਨੂੰ ਲੈਣ ਆਉਣਗੀਆਂ। ਦੇਖੋ ਕਿ ਮਤਲਬ ਰਾਜਨੀਤੀ ਜਿਹੜੀ ਆ ਉਹ ਕਿਸ ਕਦਰ ਭਾਰੀ ਆ ਕਿ ਰਾਜਨੀਤੀ ਦੀ ਪਨਾਹ ਤੇ ਤੁਸੀਂ ਜਿਹੜਾ ਮਜ਼ਦੂਰ ਆ ਉਹਦਾ ਸਤਿਆਨਾਸ਼ ਕਰ ਰਹੇ ਹੋ, ਮਜ਼ਦੂਰਾਂ ਦਾ ਬੇੜਾ ਗਰਕ ਕਰ ਰਹੇ ਹੋ। ਮਜ਼ਦੂਰ ਵਿਚਾਰੇ ਘਰਾਂ ਨੂੰ ਜਾ ਰਹੇ ਆ, ਉਹਨਾਂ ਦੀ ਵਾਪਸੀ ਕਦੋਂ ਹੋਏਗੀ? ਜੇ ਵਾਪਸੀ ਨਾ ਹੋਈ ਤਾਂ ਉੱਥੇ ਖਾਣਗੇ ਕੀ? ਜੇ ਉੱਥੇ ਖਾਣ ਲਈ ਹੁੰਦਾ ਤਾਂ ਇੱਥੇ ਕਿਉਂ ਆਉਂਦੇ? ਜੇ ਇੱਥੇ ਆਏ ਸੀ ਤੇ ਇੱਥੇ ਰਹਿਣ ਲਈ ਉਹਨਾਂ ਨੂੰ ਥਾਂ ਦਿੱਤੀ ਜਾਣੀ ਚਾਹੀਦੀ ਸੀ। ਪੰਜਾਬ ਦੀ ਇਕਨੋਮੀ ਤੇ ਮਜ਼ਦੂਰਾਂ ਦੀ ਵਾਪਸੀ ਦਾ ਬਹੁਤ ਵੱਡਾ ਮਾੜਾ ਅਸਰ ਪਵੇਗਾ। ਦੂਸਰਾ, ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜੀ ਗੁਰਦਾਸ ਸਿੰਘ ਬਾਦਲ ਸਵਰਗਵਾਸ ਬੀਤੇ ਦਿਨ ਹੋ ਗਏ ਨੇ। ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਦੌਰਾਨ ਜੋ ਜਜ਼ਬਾਤ ਮਨਪ੍ਰੀਤ ਬਾਦਲ ਨੇ ਪ੍ਰਗਟ ਕੀਤੇ ਨੇ, ਉਹ ਕੀ ਇਸ਼ਾਰਾ ਕਰਦੇ ਨੇ ਕਿ ਦਾਸ਼ ਤੇ ਪਾਸ਼ ਦੀ ਜਿਹੜੀ ਜੋੜੀ ਟੁੱਟਣੀ ਤੇ ਦਾਸ ਜੀ ਦਾ ਇਸ ਦੁਨੀਆ ਤੋਂ ਰੁਖਸਤ ਹੋਣਾ ਸ਼ਾਇਦ ਬਾਦਲ ਪਰਿਵਾਰ ਦੇ ਵਾਸਤੇ ਰਣਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਖਿਲਾਰਾ ਪੈ ਗਿਆ, ਇਸ ਵਿਸ਼ੇ ਤੇ ਚਰਚਾ ਕਰਾਂਗੇ ਇਸ ਵਕਫੇ ਤੋਂ ਬਾਅਦ। ਅਕਾਲ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਲਈ ਆਪਣੇ ਨਾਲ ਸ਼ਾਮਲ ਨੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਜੀ। ਸਵਾਗਤ ਹੈ ਇੱਕ ਵਕਤ ਤੋਂ ਬਾਅਦ ਆਪ ਜੀ ਦਾ। ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਸੀ, ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪਰਿਵਾਰ ਬੀਦੋਵਾਲੀ ਬਾਦਲ ਨਗਰ ਖਾਨਦਾਨਾਂ ਦੇ ਬਾਬੂ ਰਜਬਲੀ ਨੇ ਵੀ ਲਿਖਿਆ, ਪਰ ਇਸ ਬਾਦਲ ਪਰਿਵਾਰ ਜੋ ਸਿਆਸੀ ਖਾਨਦਾਨ ਵੀ ਹੈ, ਪੰਜਾਬ ਦਾ ਰਾਈਸ ਪਰਿਵਾਰ ਵੀ ਹੈ, ਅਮੀਰ ਪਰਿਵਾਰ ਹੈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਭਰਾਤਾ ਗੁਰਦਾਸ ਸਿੰਘ ਬਾਦਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਇਸ ਦੁਨੀਆ ਤੋਂ ਰੁਖਸਤ ਹੋਣਾ, ਉਸ ਦੌਰਾਨ ਮਨਪ੍ਰੀਤ ਬਾਦਲ ਨੇ
ਜਿਹੜੀ 16-17 ਮਿੰਟ ਦੀ ਤਕਰੀਰ ਇਕੱਲਿਆਂ ਹੀ ਕੀਤੀ ਹੈ, ਉਸ ਤਕਰੀਰ ਦੇ ਵਿੱਚੋਂ ਕਾਫੀ ਕੁਝ ਨਿਕਲ ਕੇ ਆਉਂਦਾ ਹੈ। ਕੀ ਨਜ਼ਰੀਆ ਤੁਹਾਡਾ ਉਸ ਚਰਚਾ ਤੇ? ਟਵਾਣਾ ਸਾਹਿਬ ਮੈਂ ਉਹ ਸਾਰੀ ਸੁਣੀ ਆ। ਪਹਿਲੀ ਗੱਲ ਤੇ ਆ ਕਿ ਪੀਟੀਸੀ ਤੋਂ ਮਨਪ੍ਰੀਤ ਬਾਦਲ ਦੇ ਫਾਦਰ ਦੀ ਜਿਹੜੀ ਅੰਤਮ ਅਰਦਾਸ ਸੀ ਉਹਨੂੰ ਲਾਈਵ ਟੈਲੀਕਾਸਟ ਕੀਤੇ ਜਾਣਾ, ਮੈਂ ਤਾਂ ਚਾਣ ਚੱਕ ਲਾਇਆ ਤਾਂ ਮੈਂ ਵੀ ਹੈਰਾਨ ਸੀ ਕਿ ਚਲੋ ਸ਼ਾਇਦ ਬਾਦਲ ਸਾਹਿਬ ਨੇ ਇਸ਼ਾਰਾ ਕੀਤਾ ਹੋਊਗਾ ਕਿ ਕਾਕਾ ਮੇਰਾ ਭਰਾ ਸੀਗਾ, ਇੱਥੋਂ ਲਾਈਵ ਟੈਲੀਕਾਸਟ ਜਿਹੜਾ ਕਰਵਾ ਦਿਓ। ਘਰ ਦੀ ਗੱਲ ਹੈ। ਹਾਂ ਘਰ ਦੀ ਗੱਲ ਆ, ਨਹੀਂ ਤਾਂ ਹੋਣਾ ਨਹੀਂ ਸੀਗਾ ਕਿਉਂਕਿ ਮੈਂ ਦੇਖਿਆ, ਨਹੀਂ ਤਾਂ ਮੋਸਟਲੀ ਵੈਸੇ ਉਹਨਾਂ ਦਾ ਫੇਸਬੁੱਕ ਲਾਈਵ ਵੀ ਚੱਲਦਾ ਸੀ। ਹਾਂ ਪਰ ਮੈਂ ਉਹਦੇ ਤੇ ਦੇਖਿਆ, ਮੈਂ ਕਿਹਾ ਚਲੋ ਦੇਖ ਲਾਂ ਉਹਦੇ, ਮੈਨੂੰ ਤੁਸੀਂ ਸ਼ਾਇਦ ਵਿੱਚ ਕੱਟਣਗੇ ਪਰ ਕੱਟਿਆ ਨਹੀਂ, ਪੂਰਾ ਚੱਲਿਆ। ਹੁਣ ਰਹੀ ਗੱਲ, ਉੱਥੇ ਮਨਪ੍ਰੀਤ ਬਾਦਲ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਨਹੀਂ ਸੀ ਸਪੀਚ ਦੇਣਾ ਚਾਹੁੰਦਾ, ਮੈਂ ਤਾਂ ਬਾਦਲ ਸਾਹਿਬ ਨੂੰ ਕਿਹਾ ਸੀ, ਲੇਕਿਨ ਬਾਦਲ ਸਾਹਿਬ ਕਹਿੰਦੇ ਕਿ ਮੇਰਾ ਗਲਾ ਇੰਨਾ ਕੋ ਭਾਰਾ ਹੈ ਕਿ ਮੈਂ ਨਹੀਂ ਸੰਬੋਧਨ ਕਰ ਸਕਦਾ, ਇਹ ਵੀ ਕਹਿਤਾ। ਉਹਦੇ ਨਾਲ ਉਹਨਾਂ ਨੇ ਇਹ ਵੀ ਇਸ਼ਾਰਾ ਕਰ ਦਿੱਤਾ। ਵੈਸੇ ਇੱਕ ਸੈਕਿੰਡ ਮੈਂ ਚਾਹਾਂਗਾ, ਦੇਖੋ ਉਹਨਾਂ ਦੀ ਭਾਵੁਕਤਾ ਬਹੁਤ ਹੁੰਦੀ ਹੈ ਇਸ ਮੌਕੇ ਤੇ, ਜਦੋਂ ਸੁਰਿੰਦਰ ਕੌਰ ਬਾਦਲ ਦੀ ਡੈਥ ਹੋਈ ਉਦੋਂ ਵੀ ਉਹ ਜਿਸ ਅੰਦਾਜ਼ 'ਚ ਸੀਗੇ, ਪਰ ਇਸ ਤੋਂ ਵੀ ਬਹੁਤ ਜੋ ਪੰਥ ਤੇ ਮੌਕੇ ਆਏ, ਮਤਲਬ ਐਜ਼ ਏ ਬ੍ਰੌਡਕਾਸਟਰ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਜੋ ਸ਼ਬਦਾਂ ਦਾ ਜਾਲ ਆ ਜਾਂ ਮੌਕੇ ਦੀ ਨਜ਼ਾਕਤ ਮੁਤਾਬਕ ਗੱਲ ਕਰਨ ਦਾ ਜਾਂ ਉਹਨਾਂ ਕੋਲ ਜ਼ਹਿਨੀਅਤ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਉਹ ਮਤਲਬ ਦੋ ਸ਼ਬਦ ਕਹਿ ਸਕਦੇ ਸੀਗੇ ਮੇਰੇ ਖਿਆਲ 'ਚ, ਕਿਉਂਕਿ ਜਿਵੇਂ ਉਹ ਇਸ ਤਰ੍ਹਾਂ ਮੰਝੇ ਹੋਏ ਬੁਲਾਰੇ ਨੇ ਇਸ ਮੌਕੇ, ਮਤਲਬ ਉਹਨਾਂ ਦਾ ਮੁਨਕਰ ਹੋਣਾ ਵੀ ਸ਼ਾਇਦ ਕੋਈ ਕਾਰਨ ਹੋ ਸਕਦਾ। ਨਹੀਂ ਹੋ ਸਕਦਾ ਕਾਰਨ, ਮੈਂ ਉਹ ਤਾਂ ਨਹੀਂ, ਮੈਂ ਪਰ ਜਿਹੜਾ ਕੋਈ ਸੁਣਿਆ ਮੈਂ ਉਹਨੂੰ ਬਿਆਨ ਕਰ ਸਕਦਾ, ਕਿਉਂਕਿ ਅਸੀਂ ਪੋਲੀਟੀਕਲੀ ਉਹਨੂੰ ਜੱਜ ਕਰ ਸਕਦੇ ਹਾਂ ਕਿ ਉਹ ਕਿੱਥੋਂ, ਮਨਪ੍ਰੀਤ ਕਿੱਥੇ ਬੋਲੇ ਨੇ। ਮਨਪ੍ਰੀਤ ਦਾ ਇਹ ਕਹਿਣਾ ਕਿ ਮੇਰੀ ਮਾਤਾ ਨੂੰ ਕੋਈ ਬਿਮਾਰੀ ਨਹੀਂ ਸੀ, ਮੇਰੇ ਪਿਤਾ ਜੀ ਬਿਮਾਰ ਸੀ, ਬਿਮਾਰੀ ਦੀ ਹਾਲਤ 'ਚ ਵੀ ਮੇਰੇ ਲਈ ਅਰਦਾਸ ਕਰਦੇ ਸੀ। ਕਿਤੇ ਨਾ ਕਿਤੇ ਇਸ਼ਾਰਾ ਇਹ ਸੀ ਕਿ ਮੈਂ ਆਪਣੇ ਫਾਦਰ ਦੀ ਬਦੌਲਤ ਇੱਥੇ ਆ। ਜੋ ਕੁਛ ਉਹਨਾਂ ਆਪਣੀ ਮਾਤਾ ਦੀ ਤੇ ਫਾਦਰ ਦੀ ਆਪਣੇ ਦੀ ਪ੍ਰਸ਼ੰਸਾ ਕੀਤੀ ਆ ਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਮਾਂ ਬਾਪ ਦੇ ਬਗੈਰ ਤੁਸੀਂ ਕੁਛ ਨਹੀਂ ਹੋ। ਇਹ ਵੀ ਨਾਲ ਇਹ ਵੀ ਜਦੋਂ ਇਸ਼ਾਰਾ ਕੀਤਾ ਕਿ ਜਦੋਂ ਬਾਪ ਦਾ ਸਿਰ ਤੇ ਛਾਇਆ ਨਾ ਰਵੇ ਤੇ ਉਸ ਵੇਲੇ ਜਿਹੜਾ ਇਨਸਾਨ ਆ ਉਹ ਬੁੱਢਾ ਹੋ ਜਾਂਦਾ, ਭਾਵੇਂ ਉਹ ਕਿਸੇ ਵੀ ਏਜ ਦੇ ਵਿੱਚ ਕਿਉਂ ਨਾ ਹੋਵੇ। ਇਹ ਵੀ ਕਿਤੇ ਨਾ ਕਿਤੇ ਉਹਨੇ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਮੈਂ ਹੁਣ ਆਪਣਾ ਆਪ ਦਾ ਸਾਂਭਣ ਜੋਗਾ ਹੈਗਾ। ਇਹ ਵੀ ਇਸ਼ਾਰਾ ਉਹਨਾਂ ਨੇ ਕਰ ਦਿੱਤਾ, ਔਰ ਇਹ ਵੀ ਇਸ਼ਾਰਾ ਨਾਲ ਹੀ ਕਰ ਗਏ ਕਿ ਬਾਦਲ ਸਾਹਿਬ ਦਾਸ ਜੀ ਜਿਹੜੇ ਸੀਗੇ ਉਹ ਮੇਰੇ ਨਾਲੋਂ ਵੱਧ ਤੁਹਾਡੇ ਨੇੜੇ ਸੀ, ਵਫਾਦਾਰ ਸੀ, ਵਫਾਦਾਰ ਤੁਹਾਡੇ ਲਈ ਵਫਾਦਾਰ ਸੀ। ਵਫਾਦਾਰੀ ਸ਼ਬਦ ਵਰਤਣਾ ਕਿਤੇ ਨਾ ਕਿਤੇ ਮੈਸੇਜ ਦਿੱਤਾ। ਤੇ ਦੂਸਰੀ ਗੱਲ, ਇੱਕ ਇਹਦੇ ਚੋਂ ਜਿਹੜੀ ਗੱਲ ਮੈਂ ਹੋਰ ਜੱਜ ਕੀਤੀ ਉਹ ਸੀ ਕਿਉਂਕਿ ਦੇਖੋ ਮਨਪ੍ਰੀਤ ਜਲਦੀ ਕਿਤੇ ਬੋਲਦੇ ਨਹੀਂ, ਚਾਹੇ ਹੁਣ ਕੈਬਨਿਟ ਦੀ ਮੀਟਿੰਗ ਸੀ, ਇਹਦੇ 'ਚ ਵੀ ਆਪਾਂ ਦੇਖਿਆ 3.5 ਸਾਲ ਉਹ ਕਦੀ ਬੋਲੇ ਨਹੀਂ, ਲੇਕਿਨ ਜਿੱਦਣ ਬੋਲੇ ਉਦਣ ਸਾਰੀ ਦੀ ਸਾਰੀ ਕੈਬਨਿਟ ਜਿਹੜੀ ਸੀ ਮਨਪ੍ਰੀਤ ਬਾਦਲ ਦੇ ਮਗਰ ਖੜੀ ਹੋਈ। ਤੇ ਜਿਸ ਦਿਨ ਉਹ ਵਿਧਾਨ ਸਭਾ 'ਚ ਬੋਲੇ ਸੀ ਉਸ ਦਿਨ ਵਿਕਰਮ ਸਿੰਘ ਮਜੀਠੀਆ ਲਈ ਬੋਲੇ ਸੀ। ਖਾਸ ਕਰਕੇ ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਕਿ ਕਾਰ ਵੀ ਲੋਨ ਤੇ ਲੈ ਕੇ ਹਾਂ, ਮੈਂ ਉਹੀ ਦੱਸਿਆ ਜਦੋਂ ਉਹਨਾਂ ਦੇ ਲਈ ਬੋਲੇ ਉਹ ਕਿਤੇ ਨਾ ਕਿਤੇ ਅੱਜ ਉਹਦੇ ਤੇ ਇਸ਼ਾਰਾ ਸੀ। ਉਹਨਾਂ ਨੇ ਪੂਰੇ ਬਾਦਲ ਖਾਨਦਾਨ ਦੀ ਗੱਲ ਕੀਤੀ ਕਿ ਸਾਡਾ ਪੂਰਾ ਕੁਨਬਾ ਬੈਠਾ, ਉਹਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਭਾਈ ਭਤੀਜੇ ਭਰਾ ਬੈਠੇ ਨੇ, ਉਹਦੀ ਗੱਲ ਕੀਤੀ। ਉਹਦੇ ਨਾਲ ਉਹਨਾਂ ਨੇ ਜਵਾਈਆਂ ਦੀ ਗੱਲ ਕੀਤੀ, ਬਾਕੀ ਰਿਸ਼ਤੇਦਾਰਾਂ ਦੀ, ਖਾਸ ਕਰ ਮਾਝੇ ਵਾਲਿਆਂ ਦੀ ਗੱਲ ਕੀਤੀ। ਜਿੱਥੇ ਮਾਝੇ ਵਾਲੀ ਕੀਤੀ ਉੱਥੇ ਕੈਰੋਂ ਪਰਿਵਾਰ ਆਉਂਦਾ ਜਵਾਈਆਂ ਦੇ ਵਿੱਚ, ਤੇ ਦੂਸਰੇ 'ਚ ਮਜੀਠੀਆ ਪਰਿਵਾਰ ਆਉਂਦਾ। ਉੱਥੇ ਉਹਨਾਂ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਉਹ ਜੋ ਕੁਝ ਪਿਛਲੇ ਸਮਿਆਂ 'ਚ ਕਿਹਾ ਗਿਆ ਉਹਦੇ ਲਈ ਕਿਹਾ ਕਿ ਮੈਂ ਖਿਮਾ ਵੀ ਚਾਹੁੰਦਾ ਕਿ ਚਲੋ ਜੋ ਕੁਝ ਵੀ ਕਿਸੇ ਲਈ ਕਿਤੇ ਵੱਧ ਘੱਟ ਬੋਲਿਆ ਗਿਆ, ਕਿਤੇ ਨਾ ਕਿਤੇ ਇਸ਼ਾਰਾ ਉਹ ਜੋ ਕੁਝ ਵਿਧਾਨ ਸਭਾ ਦੇ ਵਿੱਚ ਬੋਲਿਆ ਗਿਆ ਸੀ ਉਹਦੇ ਵੱਲ ਵੀ ਇਸ਼ਾਰਾ ਸੀ। ਪਰ ਮਨਪ੍ਰੀਤ ਦੀ ਜਿਹੜੀ ਉਹ ਸਪੀਚ ਸੀ ਉਹ ਕਿਤੇ ਨਾ ਕਿਤੇ ਹੋ ਸਕਦਾ ਪ੍ਰਕਾਸ਼ ਸਿੰਘ ਬਾਦਲ ਦੀ ਸਪੀਚ ਜਿਹੜੀ ਹੁੰਦੀ ਆ ਉਹਦੇ ਅਰਥ ਤਾਂ ਭਾਵੇਂ ਡੂੰਘੇ ਹੁੰਦੇ ਆ, ਉਹ ਕਿਤੇ ਨਾ ਕਿਤੇ ਰਾਜਸੀ ਮੁਫਾਦ ਦੇ ਲਈ ਉਹਨੂੰ ਹਮੇਸ਼ਾ ਵਰਤਦੇ ਆ, ਲੇਕਿਨ ਮਨਪ੍ਰੀਤ ਦੀ ਜਿਹੜੀ ਸਪੀਚ ਸੀ ਔਰ ਜਿਸ ਤਰ੍ਹਾਂ ਉਹ ਉਰਦੂ ਦੇ ਅਲਫਾਜ਼ ਜਿਹੜੇ ਆ ਉਹ ਯੂਜ਼ ਕਰਦੇ ਆ, ਉਹ ਮਨਪ੍ਰੀਤ ਦਾ ਜਿਹੜਾ ਉਹ ਕਿਤੇ ਨਾ ਕਿਤੇ ਉਹਦੀ ਜਿਹੜੀ ਸੀ ਉਹ ਲੋਕਾਂ ਨੂੰ ਟੁੰਬਣ ਵਾਲੀ ਸੀਗੀ ਕਿ ਵਾਕਿਆ ਹੀ ਉਹਦਾ ਆਪਣੇ ਮਾਂ ਤੇ ਬਾਪ ਦੇ ਨਾਲ ਕਿੰਨਾ ਸੀ, ਔਰ ਉਹਦੇ ਫਾਦਰ ਦੀ ਜਿਹੜੀ ਉਹ ਕਿੰਨਾ ਸੇਵਾ ਕੀਤੀ, ਚਾਹੇ ਉਹ 'ਚ ਡਾਕਟਰ ਸੀ ਚਾਹੇ ਪੈਰਾਮਿਲਟਰੀ ਸਟਾਫ ਸੀਗਾ, ਉਹਦਾ ਉਚੇਚਾ ਜ਼ਿਕਰ ਕੀਤਾ, ਕਿਸੇ ਹੋਰ ਤੇ ਵੀਆਈਪੀ ਦਾ ਜ਼ਿਕਰ ਨਹੀਂ ਉਹਨੇ ਇੱਥੋਂ ਤੱਕ ਜਿਹੜੇ ਉਹਦੇ ਪਿੰਡ ਦੇ ਜਿਹੜੇ 12-12 ਘੰਟੇ ਕਹਿੰਦਾ ਮੇਰੇ ਫਾਦਰ ਦੀ ਸੇਵਾ ਕਰਦੇ ਰਹੇ, ਉਹਨੇ ਉਚੇਚਾ ਉਹਨਾਂ ਸਭ ਦੇ ਨਾਂ ਲਏ ਆ। ਫਿਰ ਇਹ ਵੀ ਕਿਹਾ ਕਿ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮੈਂ ਉਹਦੇ ਲਈ ਖਿਮਾ ਦਾ ਜਾਚਕਾਂ। ਮਤਲਬ ਕਿਤੇ ਨਾ ਕਿਤੇ ਮਨਪ੍ਰੀਤ ਦੀ ਜਿਹੜੀ ਸਪੀਚ ਸੀਗੀ ਉਹ ਜੋ ਵੀ ਸੀ, ਚਲੋ ਇਸ ਦੁਨੀਆ 'ਚ ਜਿਹੜਾ ਆਇਆ ਉਹਨੇ ਚਲੇ ਜਾਣਾ, ਟਵਾਣਾ ਸਾਹਿਬ ਕਿਸੇ ਨੇ ਅੱਜ ਜਾਣਾ ਕਿਸੇ ਨੇ ਕੱਲ ਜਾਣਾ, ਪਰ ਮਨਪ੍ਰੀਤ ਨੇ ਇਹ ਓਵਰਆਲ ਜਿਹੜਾ ਸੀ। ਔਰ ਵੱਡੀ ਗੱਲ ਇੱਕ ਜਿਹੜੀ ਐਂਡ ਵਾਲੀ ਸੀਗੀ ਮਨਪ੍ਰੀਤ ਦੀ, ਉਹ ਸੋਚਣ ਵਾਲੀ ਸੀ। ਉਹਨੇ ਕਿਹਾ ਕਿ ਇੱਕ ਮੈਂ ਨਿਮਾਣਾ ਜਿਹਾ ਸੇਵਕ ਹਾਂ ਔਰ ਮੇਰੇ ਕੋ ਜੋ ਤਿਲ ਫੁੱਲ ਸਰਿਆ ਮੈਂ ਉਹ
ਲੰਗਰ ਦਾਲ ਫੁਲਕੇ ਦਾ ਲਾਇਆ। ਇਹ ਗੱਲ ਕਹਿਣੀ ਉਹ ਮੇਰੇ ਤੇ ਆਸਾਨ, ਹਾਂ, ਬਹੁਤ ਡੂੰਘੇ ਅਰਥ ਸੀ ਲੰਗਰ ਦੇ ਉਹ ਜਿਹੜੇ ਲੰਗਰ ਬਾਹਰੋਂ ਆ ਕੇ ਲੱਗਦੇ ਨੇ ਉਹਨਾਂ ਦੇ ਮੁਤਲਕ ਸੀ ਕਿ ਪਹਿਲਾਂ ਕਿੱਦਾਂ ਲੱਗਦੇ ਰਹੇ ਨੇ, ਜਿਹੜੇ ਕਿ ਵਿਧਾਨ ਸਭਾ 'ਚ ਬੋਲੇ ਗਏ ਨੇ। ਇਹ ਇਸ਼ਾਰਾ ਉਧਰ ਸੀ ਤੇ ਇਹ ਵੀ ਕਿਹਾ ਕਿ ਮੇਰੇ ਮਾਂ-ਬਾਪ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤਦ ਮਿਲੇਗੀ ਜੇ ਤੁਸੀਂ ਪ੍ਰਸ਼ਾਦਾ ਛਕ ਕੇ ਜਾਓਗੇ। ਇਹ ਕਿਤੇ ਨਾ ਕਿਤੇ ਅਰਥ ਤਾਂ ਇਹਦੇ ਬੜੇ ਡੂੰਘੇ ਸੀ। ਪਰ ਮਨਪ੍ਰੀਤ ਸਿੰਘ ਫੇਰ ਵੀ ਚਲੋ ਜੋ ਕੁਝ ਵੀ ਹੋਇਆ, ਜੋ ਕੁਝ ਵੀ ਕਿਹਾ, ਪਰ ਕਿਤੇ ਨਾ ਕਿਤੇ ਮਨਪ੍ਰੀਤ ਜਿਹੜਾ ਸੀ ਉਹਨੇ ਭਾਵਕ ਹੋ ਕੇ ਸਪੀਚ ਦਿੱਤੀ ਆ ਤੇ ਔਰ ਭਾਵਕਤਾ ਦੇ ਪਿੱਛੇ ਬੜਾ ਕੁਝ ਛੁਪਿਆ ਹੋਇਆ ਸੀ, ਚਾਹੇ ਸਿਆਸੀ ਸੀ, ਚਾਹੇ ਉਹ ਉਹਦੇ ਤੇ ਧਾਰਮਿਕ ਸੀ, ਤੇ ਚਾਹੇ ਉਹਦੇ 'ਚ ਪਰਿਵਾਰ ਦਾ ਕੁਛ ਨਾ ਕੁਛ ਅੰਗ ਸੀਗੇ। ਉਹਨੇ ਬਹੁਤ ਵਧੀਆ ਸਪੀਚ ਦਿੱਤੀ ਆ। ਇਸ ਗੱਲੋਂ ਮਨਪ੍ਰੀਤ ਦੀ ਜਿਹੜੀ ਆ ਉਹ ਪ੍ਰਸ਼ੰਸਾ ਕਰਨੀ ਬਣਦੀ ਆ। ਚਲੋ ਬਾਕੀ ਤਾਂ ਇਸ ਦੁਨੀਆ 'ਚ ਆਇਆ ਕੌਣ ਗਿਆ ਸਭ ਨੇ ਜਾਣਾ ਹੀ ਜਾਣਾ ਇੱਥੋਂ, ਪਰ ਉਹਨੇ ਇੱਕ ਗੱਲ ਕਿਹਾ ਕਿ ਮੈਂ ਉਹ ਸਮੇਂ ਦੀ ਉਡੀਕ ਕਰਦਾ ਕਿ ਜਦੋਂ ਮੈਂ ਆਪਣੇ ਮਾਂ ਤੇ ਬਾਪ ਦੇ ਕੋਲੇ ਵੀ ਬੈਠਾ ਹੋਵਾਂਗਾ। ਤੁਸੀਂ ਦੇਖੋ ਇਹ ਵਰਡ ਜਿਹੜੇ ਆ ਜਲਦੀ ਕੀਤੇ ਬੰਦਾ ਯੂਜ਼ ਨਹੀਂ ਕਰ ਸਕਦਾ, ਪਰ ਮਨਪ੍ਰੀਤ ਨੇ ਉਹ ਵੀ ਆਪਣੀ ਸਪੀਚ ਦੇ ਵਿੱਚ ਜਿਹੜੇ ਆ ਉਹ ਯੂਜ਼ ਕੀਤੇ ਆ। ਜਿਸ ਤਰ੍ਹਾਂ ਫੋਕਲੋਰ ਕਹਿੰਦਾ ਸੁਰਿੰਦਰ ਸਿੰਘ ਜੀ ਕਿ ਸ਼ੱਕਾਂਪੂਰ ਦੇ ਅੰਮਾਂ ਦੇ ਜਾਏ ਤਾਏ ਚਾਚੇ ਮਤਲਬ ਦੇ, ਇਹ ਗੱਲ ਵੀ ਨਹੀਂ ਹੈਗੀ। ਕਿਤੇ ਕਿਤੇ ਫੋਕਲੋਰ ਵੀ ਹਰ ਜਗ੍ਹਾ ਸਹੀ ਨਹੀਂ ਹੁੰਦਾ। ਜੇ ਪ੍ਰਕਾਸ਼ ਸਿੰਘ ਬਾਦਲ ਦੀ ਧਿਆਣੀ ਬੀਬੀ ਪੁਰਨੀਤ ਕੌਰ ਦਾ ਜੋ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸ਼ਰੀਕੇ ਹੱਥ ਨੇ, ਉਹਨਾਂ ਦਾ ਜ਼ਿਕਰ ਕੀਤਾ ਜਾਵੇ ਤੇ ਜਿਹੜੀਆਂ ਵਿਚਲੀਆਂ ਤੇ ਸਪਸ਼ਟ ਗੱਲਾਂ ਇਹ ਨੇ ਕਿ ਆਦੇਸ਼ ਪ੍ਰਤਾਪ ਕੈਰੋਂ ਤੇ ਪੁਨੀਤ ਕੌਰ ਹੋਰਾਂ ਦੀ ਜ਼ਿਆਦਾ ਮਨਪ੍ਰੀਤ ਦੇ ਨਾਲ ਸਹਿਚਾਰਾ। ਹਾਲਾਂਕਿ ਬੇਟੀ ਉਹ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਹੈ ਜਾਂ ਭੈਣ ਸੁਖਬੀਰ ਬਾਦਲ ਦੀ ਹੈ, ਪਰ ਉਹਨਾਂ ਦਾ ਦਿਲੀ ਲਗਾਅ ਮਨਪ੍ਰੀਤ ਨਾਲ, ਚਾਚੇ ਦੇ ਪੁੱਤ ਨਾਲ ਜ਼ਿਆਦਾ ਹੈ। ਆਦੇਸ਼ ਪ੍ਰਤਾਪ ਦਾ ਬਾਜ਼ਾਰ ਦੇ ਦੌਰਾਨ ਵੀ ਬਹੁਤ ਵਧੀਆ ਸੰਬੰਧ ਮਨਪ੍ਰੀਤ ਦੇ ਤੇ ਆਦੇਸ਼ ਪ੍ਰਤਾਪ ਦੇ ਰਹੇ ਨੇ। ਹਾਲਾਂਕਿ ਸੁਖਬੀਰ ਦਾ ਤੇ ਆਦੇਸ਼ ਪ੍ਰਤਾਪ ਕੈਰੋਂ ਦੇ ਸੰਬੰਧ ਬਹੁਤੇ ਸਾਜ਼ਗਾਰ ਨਹੀਂ ਰਹੇ, ਹੁਣ ਵੀ ਤੇ ਪਹਿਲਾਂ ਵੀ। ਪਰ ਇਸ ਦੌਰਾਨ ਜਿਹੜਾ ਉਹਨਾਂ ਨੇ ਮਜੀਠੇ ਪਰਿਵਾਰ ਦੀ ਗੱਲ ਕੀਤੀ ਉਹ ਤੇ ਸਿੱਧਾ ਬਿਕਰਮ ਮਜੀਠਾ ਪਰਿਵਾਰ ਨੂੰ ਹੀ ਕਿਹਾ ਗਿਆ। ਪਰ ਜਿਹੜੀ ਗੱਲ ਉਹਨਾਂ ਨੇ ਆਖਿਆ ਕਿ ਜਦੋਂ ਮਾਪੇ ਚਲੇ ਜਾਂਦੇ ਨੇ ਬੰਦਾ ਬੁੱਢਾ ਹੋ ਜਾਂਦਾ, ਜਾਣੀ ਖੁਦ ਪਰਿਵਾਰ ਦਾ ਜ਼ਿੰਮੇਵਾਰ ਹੋ ਜਾਂਦਾ ਹੈ। ਜਿਹੜਾ ਮਨਪ੍ਰੀਤ ਬਾਦਲ ਕਿਉਂਕਿ ਆਪਣੇ ਮਾਤਾ ਪਿਤਾ ਦਾ ਬਹੁਤ ਵੱਡਾ ਕਦਰਦਾਨ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ, ਤੇ ਉਹਨੇ ਜੋ ਹੁਣ ਇੱਕ ਤਰੀਕੇ ਨਾਲ ਮਾਫੀ ਵੀ ਮੰਗ ਲਈ ਹੈ ਕਿ ਦੂਸਰਾ ਜਿਹੜਾ ਉਹਨੇ ਪੱਤੇ ਆਪਣੇ ਖੋਲ੍ਹ ਦਿੱਤੇ ਨੇ। ਜਿਹੜੇ ਬਾਦਲ ਪਰਿਵਾਰ ਦੇ ਇਲਾਕੇ ਦੇ ਜਾਣਕਾਰ ਨੇ, ਚਲੋ ਇਸ ਮੌਕੇ ਗੱਲਾਂ ਤਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਜਿਸ ਜੌਬ ਤੇ ਬੈਠੇ ਮਾਫ ਕਰਨਾ, ਉੱਥੇ ਸਾਰਾ ਕੁਝ ਪੜਚੋਲਣਾ ਪੈਂਦਾ ਹੈ ਸੰਸਕਾਰ ਦੇ ਵਕਤ ਵੀ ਰਾਜਨੀਤਿਕ ਨਜ਼ਰੀਏ ਤੋਂ। ਪਰ ਇੱਥੇ ਹੁਣ ਬਾਦਲ ਪਰਿਵਾਰ ਹੈ ਜਿਹੜਾ ਕਿਤੇ ਨਾ ਕਿਤੇ ਇੱਕ ਦੂਸਰੇ ਨੂੰ ਟੱਕਰ ਦੇ ਵਿੱਚ ਆਏਗਾ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸਾਹ ਗੁਰਦਾਸ ਸਿੰਘ ਬਾਦਲ ਦਾ ਭਰਾਵਾਂ ਵਾਲਾ ਪਿਆਰ ਸੀ, ਜਿਹੜੀ ਉਹ ਜੋੜੀ ਰਾਮ ਲਖਨ ਦੀ ਜੋੜੀ ਵੀ ਕਹਿੰਦੇ ਸੀ, ਕੋਈ ਕੁਛ ਕਹਿੰਦਾ ਸੀ, ਉਹ ਜੋੜੀ ਟੁੱਟ ਗਈ ਹੈ। ਹੁਣ ਮੇਰਾ ਖਿਆਲ ਹੈ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਮਨਪ੍ਰੀਤ ਦੇ ਉੱਤੇ ਕੋਈ ਬਹੁਤਾ ਦਬਾਅ ਨਹੀਂ ਰਹੇਗਾ, ਜਿਹੜਾ ਉਹਦੇ ਮਾਪਿਆਂ ਦੇ ਰਾਹੀਂ ਉਹ ਮਹਿਸੂਸ ਕਰਦਾ ਰਿਹਾ। ਕਿਉਂਕਿ ਵਿਚਲੀਆਂ ਗੱਲਾਂ ਤਾਂ ਇਹ ਵੀ ਨੇ, ਇਲਾਕੇ ਦੇ ਪੱਤਰਕਾਰ ਦੱਸਦੇ ਨੇ ਕਿ ਜਦੋਂ ਮਨਪ੍ਰੀਤ ਬਾਦਲ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਖੜਿਆ ਸੀ ਤਾਂ ਗੁਰਦਾਸ ਬਾਦਲ ਨੇ ਆਪਣੀ ਵੋਟ ਵੀ ਹੈ ਜਿਹੜੀ ਉਹ ਆਪਣੀ ਨੂੰਹ ਰਾਣੀ ਨੂੰ ਪਾਈ ਸੀਗੀ, ਹਰਸਿਮਰਤ ਬਾਦਲ ਨੂੰ। ਪਰ ਹੁਣ ਸ਼ਾਇਦ ਇਹਨਾਂ ਸਾਰੇ ਮੋਹ ਮਾਇਆ ਦੀਆਂ ਤੰਦਾਂ ਤੋਂ, ਦਬਾਅ ਤੋਂ ਜਿਹੜਾ ਮਨਪ੍ਰੀਤ ਬਾਦਲ ਕਿਤੇ ਨਾ ਕਿਤੇ ਆਜ਼ਾਦ ਵੀ ਹੋ ਗਿਆ। ਕੀ ਸਮੀਕਰਨ ਰਹਿਣਗੇ ਇਸ ਪਰਿਵਾਰ ਦੇ ਆਉਣ ਵਾਲੇ? ਹਾਂ ਬਿਲਕੁਲ ਟਵਾਣਾ ਸਾਹਿਬ, ਇਹਦੇ ਨਾਲ ਮੈਂ ਸਹਿਮਤ ਹਾਂ। ਸ਼ਾਇਦ 2007 ਦੀ ਆਖਰੀ ਇਲੈਕਸ਼ਨ ਸੀ ਜਿਹਦੇ ਵਿੱਚ ਬਾਦਲ ਸਾਹਿਬ ਦਾ ਇਲੈਕਸ਼ਨ ਚਾਰਜ ਜਿਹੜਾ ਸੀਗਾ ਉਹ ਗੁਰਦਾਸ ਬਾਦਲ ਸੀਗੇ। ਉਸ ਤੋਂ ਬਾਅਦ ਤਾਂ ਆਪਸ 'ਚ ਬਹੁਤੀ ਜ਼ਿਆਦਾ ਜਿਹੜੀ ਨਿਭੀ ਨਹੀਂ। 2012 ਦੀ ਐਸੀ ਇਲੈਕਸ਼ਨ ਆਈ ਕਿ ਜਿਹਦੇ 'ਚ ਗੁਰਦਾਸ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਲੰਬੀ ਤੋਂ ਇਲੈਕਸ਼ਨ ਲੜੀ ਆ। ਇਹ ਉਦੋਂ ਵੀ ਕਿਤੇ ਨਾ ਕਿਤੇ ਲਾਈਨ ਤਾਂ ਖਿੱਚੀ ਗਈ ਸੀ। ਉਹ ਵੱਖਰੀ ਗੱਲ ਆ ਕਿ ਮਨਪ੍ਰੀਤ ਜਿਸ ਮਕਸਦ ਨੂੰ ਲੈ ਕੇ ਚੱਲੇ ਸੀ ਉਹਦੇ 'ਚ ਉਹ ਕਾਮਯਾਬ ਨਹੀਂ ਹੋਏ। ਉਹ ਇਸ ਸਿਆਸਤ ਦੇ ਵਿੱਚ ਅਨਾੜੀ ਸੀ, ਅਨਾੜ ਪੁਣੇ ਦੇ ਵਿੱਚ ਉਹ ਮਾਰ ਖਾ ਗਏ। ਲੇਕਿਨ ਕਿਤੇ ਨਾ ਕਿਤੇ ਚੱਲਦੇ ਮਨਪ੍ਰੀਤ ਆਪਦੇ ਰਸਤੇ ਤੇ ਠੀਕ ਨੇ, ਇਹਦੇ 'ਚ ਕੋਈ ਦੋ ਰਹਿਆ ਨਹੀਂ। ਇੱਕ ਬੰਨੇ ਤਿੰਨ ਧਿਰਾਂ ਨਹੀਂ, ਉਹਦੇ 'ਚ ਹਰਸਿਮਰਤ ਕੌਰ ਬਾਦਲ ਆ, ਕੇਂਦਰ 'ਚ ਵਜ਼ੀਰ ਨੇ, ਸੁਖਬੀਰ ਸਿੰਘ ਬਾਦਲ ਆ, ਪੰਜਾਬ ਦਾ ਉਪ ਮੁੱਖ ਮੰਤਰੀ ਰਿਹਾ, ਅਕਾਲੀ ਦਲ ਦਾ ਪ੍ਰਧਾਨ ਆ, ਮੈਂਬਰ ਪਾਰਲੀਮੈਂਟ ਆ, ਤੀਸਰਾ ਵਿਕਰਮ ਮਜੀਠੀਆ, ਉਹ ਵੀ ਧੜੱਲੇਦਾਰ ਆ। ਲੇਕਿਨ ਤਿੰਨਾਂ ਨੂੰ ਟੱਕਰ ਦੇਣੀ ਕੱਲੇ ਮਨਪ੍ਰੀਤ ਬਾਦਲ ਵੱਲੋਂ ਇਹ ਵੀ ਕੋਈ ਛੋਟੀ ਚੁਣੌਤੀ ਨਹੀਂ ਆ। ਹਾਰ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ, ਹਾਰ ਜਿੱਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਪਰ ਜਿਸ ਤਰੀਕੇ ਦੇ ਨਾਲ ਕੈਬਨਿਟ ਦੇ ਵਿੱਚ ਜੋ ਫੈਸਲਾ ਕੈਬਨਿਟ ਨੇ ਲਿਆ ਪੰਜਾਬ ਦੀ ਨੇ, ਉਹਦੇ 'ਚ ਮਨਪ੍ਰੀਤ ਬਾਦਲ ਦਾ ਕੱਦ ਵੱਡਾ ਹੋਇਆ।
ਈਵਨ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜੇ ਕੈਬਨਿਟ 'ਚ ਕਿਸੇ ਦਾ ਨਾਮ ਲੈਣਾ ਸ਼ੁਰੂ ਹੋਇਆ ਜਾਂ ਪੰਜਾਬ ਕਾਂਗਰਸ 'ਚ ਜੇ ਮਰੀ ਹੋਈ 'ਚ ਥੋੜੀ ਬਹੁਤੀ ਜਾਨ ਪਈ ਆ ਤਾਂ ਉਹ ਬਤੌਰ ਮਨਪ੍ਰੀਤ ਬਾਦਲ ਪਈ ਆ, ਹੋਰ ਕਿਸੇ ਤੋਂ ਨਹੀਂ ਪਈ ਕਿ ਮਨਪ੍ਰੀਤ ਬਾਦਲ ਏਡਾ ਵੱਡਾ ਵੀ ਫੈਸਲਾ ਲੈ ਸਕਦਾ। ਮਨਪ੍ਰੀਤ ਦੀ ਕਿਤੇ ਨਾ ਕਿਤੇ ਪ੍ਰਸ਼ੰਸਾ ਜਿਹੜੀ ਹੋ ਰਹੀ ਆ, ਉਹ ਵੱਖਰੀ ਗੱਲ ਕਿ ਇਹ ਨਾਲ ਦੀ ਨਾਲ ਹੀ ਉਹਦੇ ਫਾਦਰ ਦੀ ਡੈਥ ਹੋ ਗਈ ਤੇ ਕਿਤੇ ਨਾ ਕਿਤੇ ਇਹ ਪੂਰਾ ਜਿਹੜਾ ਸੀਗਾ ਐਪੀਸੋਡ ਸੀਗਾ ਇਹ ਰੁਕ ਗਿਆ। ਨਹੀਂ ਤਾਂ ਮਨਪ੍ਰੀਤ ਸ਼ਾਇਦ ਇਸ ਤੋਂ ਵੀ ਵੱਡਾ ਕੱਦ ਕੱਢ ਕੇ ਨਿਕਲਦਾ, ਪਰ ਹੁਣ ਵੀ ਮਨਪ੍ਰੀਤ ਵੱਡਾ ਕੱਦ ਕੱਢ ਕੇ ਨਿਕਲੇਗਾ। ਨਵਜੋਤ ਸਿੱਧੂ ਨਿਕਲੇਗਾ, ਪ੍ਰਗਟ ਸਿੰਘ ਨਿਕਲਣਗੇ, ਇਹ ਤਿੰਨ ਧਿਰਾਂ ਨਿਕਲਣਗੀਆਂ। ਉਹ ਵੱਖਰੀ ਗੱਲ ਆ ਕਿ ਕੇਂਦਰ ਹਾਈ ਕਮਾਂਡ ਕੀ ਫੈਸਲਾ ਲੈਂਦੀ ਨਹੀਂ ਲੈਂਦੀ, ਉਹ ਵੱਖਰੀ ਗੱਲ। ਪਰ ਇੱਕ ਗੱਲ ਬੜੀ ਸਪਸ਼ਟ ਆ ਕਿ ਤਿੰਨਾਂ ਨੂੰ ਪੂਰੇ ਪਰਿਵਾਰ ਦੇ 3 ਮੈਂਬਰ ਤਿੰਨੇ ਕਹਿੰਦੇ ਕਹਾਉਂਦੇ ਉਹਨਾਂ ਨੂੰ ਕੱਲੇ ਮਨਪ੍ਰੀਤ ਵੱਲੋਂ ਟੱਕਰ ਦੇਣੀ ਕੋਈ ਛੋਟੀ ਗੱਲ ਨਹੀਂ। ਭਾਵੇਂ ਕਿ ਮਨਪ੍ਰੀਤ ਦਾ ਬੇਟਾ, ਭਾਵੇਂ ਉਹਦੀ ਮਿਸਿਜ ਆ, ਉਹਨਾਂ 'ਚ ਕੋਈ ਵੀ ਉਹਨਾਂ ਇਸ ਵੇਲੇ ਬਰਾਬਰ ਨਹੀਂ ਹੈ, ਨਾ ਉਹਨਾਂ 'ਚ ਸ਼ਾਇਦ ਕੋਈ ਇਲੈਕਸ਼ਨ ਏਡੀ ਜਲਦੀ ਲੜੇ, ਲੇਕਿਨ ਮਨਪ੍ਰੀਤ ਕੱਲਾ ਹੀ ਜਿੱਥੇ ਖੜੇਗਾ। ਤਿੰਨਾਂ ਕੋਲੇ ਉਹਦੇ ਸ਼ਬਦਾਂ ਦਾ ਕੋਈ ਜਵਾਬ ਨਹੀਂ ਹੋਏਗਾ। ਇਸ ਕਰਕੇ ਲਾਈਨ ਤਾਂ ਜਿਹੜੀ ਤੁਸੀਂ ਟਵਾਣਾ ਸਾਹਿਬ ਕਹਿੰਦੇ ਬੜੇ ਲੰਬੇ ਸਮੇਂ ਤੋਂ ਖਿੱਚੀ ਹੋਈ ਸੀ, ਲੇਕਿਨ ਹੁਣ ਤਾਂ ਪੱਕੀ ਖਿੱਚੀ ਗਈ ਕਿ ਹੁਣ ਮਨਪ੍ਰੀਤ ਨੂੰ ਕਿਤੇ ਰੋਕਿਆ ਜਿਹੜਾ ਉਹ ਨਹੀਂ ਜਾਏਗਾ। ਮਨਪ੍ਰੀਤ ਆਪਣੀ ਮਰਜ਼ੀ ਨਾਲ ਚੱਲੇਗਾ, ਜਿਹੜੇ ਰਸਤੇ ਉਹ ਮਰਜ਼ੀ ਚੱਲੇ ਜੀ। ਸੋ ਇਸ ਦੇ ਨਾਲ ਹੀ ਸਰ ਸੁਰਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰਯੋਗ ਦਰਸ਼ਕਾਂ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਵੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਪ ਜੀ ਤੋਂ ਆਗਿਆ ਚਾਹਾਂਗਾ। ਗੁਰਫਤਿਹ, ਸਤਿ ਸ਼੍ਰੀ ਅਕਾਲ।